ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਪਿਆਰਿਓ, ਗੁਰੂ ਗਿਆਨ ਕੀ ਹੈ ਸੁਣਿਓ। ਅੱਜ ਸਰੀਰ ਮੁੜ ਕੇ ਕਮਾਨ ਬਣ ਗਿਆ ਹੈ, ਟੁਰਨ ਲੱਗਿਆ ਸੱਜਾ ਪੈਰ ਖੱਬੇ ਤੇ ਖੱਬਾ ਸੱਜੇ ਪਾਸੇ ਪੈਂਦਾ ਥਿੜਕਦਾ ਹੈ, ਸਿਰ ਕੰਬਦਾ ਹੈ, ਅੱਖਾਂ ਵਿੱਚ ਜੋਤ ਨਹੀਂ ਰਹੀ, ਮੂੰਹ ਵਿੱਚੋਂ ਦੰਦ ਨਿਕਲ ਗਏ ਹਨ, ਹੱਥਾਂ ਵਿੱਚ ਪਾਣੀ ਦਾ ਗਲਾਸ ਫੜ ਲੈਣ ਦੀ ਸੱਤਿਆ ਨਹੀਂ ਰਹੀ, ਲੱਤਾਂ ਆਪਣੇ ਧੜ ਦਾ ਭਾਰ ਚੁੱਕਣ ਤੋਂ ਅਸਮਰਥ ਹੋ ਰਹੀਆਂ ਹਨ, ਧਨ ਪਾਸ ਨਹੀਂ, ਧੀਆਂ ਪੁੱਤ ਇੱਕ ਇੱਕ ਕਰਕੇ ਪਰਲੋਕ ਜਾ ਵਸੇ ਹਨ। ਇਸ ਤਰ੍ਹਾਂ ਸੱਤਿਆਹੀਨ ਤੇ ਨਿਸਹਾਏ ਹੋਇਆਂ ਵੀ ਮਨੁੱਖ ਮਨ ਵਿੱਚ ਜੀਵਨ ਦੀ ਆਸ ਰੱਖਦਾ ਹੈ, ਦੁਨੀਆ ਵਿੱਚ ਹੋਰ ਰਹਿਣਾ ਲੋੜਦਾ ਹੈ। ਰਹਿਣ ਤੇ ਹਮੇਸ਼ਾ ਰਹਿਣ ਨੂੰ ਸੱਤਿਆ ਕਿਹਾ ਜਾਂਦਾ ਹੈ। ਜਿਸ ਵੇਲੇ ਕਿਸੇ ਆਦਮੀ ਦੇ ਸਾਹਮਣੇ ਕੋਈ ਚੀਜ਼ ਆਵੇ ਉਸ ਨੂੰ ਹੱਥ ਫੜ ਲੈਂਦਾ ਹੈ, ਸੱਜਿਓਂ ਖੱਬਿਓਂ ਹੇਠਾਂ ਉੱਪਰੋਂ ਦੇਖਦਾ ਹੈ, ਚਾਕੂ ਨਾਲ ਕੱਟ ਕੇ ਅੰਦਰੋਂ ਤੱਕਦਾ ਹੈ। ਉਹ ਚਾਹੁੰਦਾ ਹੈ ਕਿ ਜੋ ਚੀਜ਼ ਉਹਦੇ ਸਾਹਮਣੇ ਆਵੇ ਉਹਦਾ ਇਸ ਨੂੰ ਪੂਰਨ ਗਿਆਨ ਹੋ ਜਾਏ। ਇਸ ਨੂੰ ਚਿੱਤ ਕਹਿੰਦੇ ਹਨ। ਪੜ੍ਹੇ ਅਨਪੜ੍ਹ ਸੱਭਿਆ ਤੇ ਚਿੱਟੇ ਕਾਲੇ ਕਿਸੇ ਮਨੁੱਖ ਨੂੰ ਵੇਖ ਕੇ ਪੁੱਛੋ, ਉਹਦੇ ਜ਼ਿੰਦਗੀ ਭਰ ਦੇ ਸਾਰੇ ਯਤਨ ਹੰਭਲੇ ਤੇ ਹੀਲੇ ਸੁੱਖ ਦੀ ਪ੍ਰਾਪਤੀ ਲਈ ਹਨ। ਸੁੱਖ ਕੀ ਵਸਤੂ ਹੈ, ਇਸ ਗੱਲ ਵਿੱਚ ਮਤਭੇਦ ਹੋ ਜਾਏਗਾ, ਪਰ ਪ੍ਰਾਣੀ ਮਾਤਰ ਸੁੱਖ ਚਾਹੁੰਦਾ ਹੈ, ਦੁੱਖ ਕਲੇਸ਼ ਤੇ ਪੀੜਾ ਤੋਂ ਦੂਰ ਰਹਿ ਕੇ ਸਦੀਵੀ ਸੁੱਖ ਚਾਹੁੰਦਾ ਹੈ। ਇਸ ਗੱਲ ਵਿੱਚ ਫਰਕ ਨਹੀਂ ਪਏਗਾ। ਸੁੱਖ ਨੂੰ ਆਨੰਦ ਕਹਿੰਦੇ ਹਨ। ਹਰ ਕੋਈ ਚਾਹੁੰਦਾ ਹੈ ਕਿ ਮੇਰੇ ਉੱਤੇ ਕੋਈ ਹੁਕਮ ਕਰਨ ਵਾਲਾ ਨਾ ਹੋਵੇ, ਮੈਂ ਜੋ ਵੀ ਚਾਹਾਂ ਕਰਾਂ ਤੇ ਜਿਵੇਂ ਜੀ ਚਾਹੇ ਕਰਾਂ, ਮੈਨੂੰ ਕੋਈ ਕਿਸੇ ਗੱਲੋਂ ਹੋੜ ਨਾ ਹੋਵੇ। ਸੁਤੰਤਰਤਾ ਦੀ ਮੰਗ ਮਨੁੱਖ ਦੀ ਜਨਮ ਚਾਹ ਹੈ, ਇਸ ਨੂੰ ਮੁਕਤ ਸਰੂਪ ਕਹੀਦਾ ਹੈ। ਪਤਾ ਲੱਗਾ ਹੈ ਕਿ ਪ੍ਰਾਣੀ ਮਾਤਰ ਸੱਤ ਚਿੱਤ ਆਨੰਦ ਸਰੂਪ ਹੋਣਾ ਚਾਹੁੰਦਾ ਹੈ। ਇਸ ਨੂੰ ਇਉਂ ਹੀ ਵੀ ਕਹਿ ਸਕਦੇ ਹੋ ਕਿ ਨਰ ਹੋ ਕੇ ਨਾਰਾਇਣ ਬਣਨਾ ਚਾਹੁੰਦਾ ਹੈ। ਮਨੁੱਖ ਦਾ ਲਕਸ਼ਯ ਕਹੋ ਜਾਂ ਜੀਵਨ ਦਾ ਪ੍ਰਯੋਜਨ ਕਹੋ ਤਾਂ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ। ਸੰਸਾਰ ਦੇ ਸਾਰੇ ਮਤ ਮਤਾਂਤਰ ਇਸ ਪ੍ਰਸ਼ਨ ਦੇ ਉੱਤਰ ਹਨ। ਇਹ ਸਰੀਰ ਹਰਮੰਦਰ ਹੈ, ਇਸ ਵਿੱਚ ਸੱਚੇ ਦਾ ਨਿਵਾਸ ਹੈ। ਕੁਦਰਤ ਨੇ ਇਸ ਦੇ ਰਚਨ ਤੇ ਆਪਣੀ ਕੁਦਰਤ ਚਿਤਰਿਤ ਕਰ ਦਿੱਤੀ ਹੈ। ਸਾਰਾ ਬ੍ਰਹਮੰਡ ਇਸ ਪਿੰਡ ਵਿੱਚ ਸਮਾ ਰਿਹਾ ਹੈ। ਇਹਦਾ ਢਾਂਚਾ ਅਨੁਪਮ ਤੇ ਇਹਦੀ ਕਾਰਿਆ ਕਰਨੀ ਸ਼ਕਤੀ ਅਦਭੁਤ ਹੈ। ਕੌਣ ਕਹਿ ਸਕਦਾ ਹੈ ਕਿ ਇਹ ਸੁੰਦਰ ਦੇਹੀ ਗੁਫਾ ਵਿੱਚ ਬੈਠ ਕੇ ਨਸ਼ਟ ਕਰਨ ਲਈ ਬਣਾਈ ਗਈ ਹੈ। ਕੌਣ ਕਹਿ ਸਕਦਾ ਹੈ ਕਿ ਕਾਦਰ ਦੀ ਕੁਦਰਤ ਦੀ ਅਨੁਪਮ ਰਚਨ ਹਿਮਾਲਿਆ ਵਿੱਚ ਗਾਲਣ ਲਈ ਰਚੀ ਗਈ ਹੈ। ਕੌਣ ਕਹਿ ਸਕਦਾ ਹੈ ਕਿ ਰਸਮਈ ਸਰੀਰ ਪੰਜ ਅਗਨੀ ਤਪ ਕੇ ਭਸਮ ਕਰ ਦੇਣ ਲਈ ਪਾਇਆ ਗਿਆ ਹੈ। ਅਤੇ ਕੌਣ ਕਹਿ ਸਕਦਾ ਹੈ ਕਿ ਇਸ ਜਿਸਮ ਦੇ ਬਲ ਨੂੰ ਚੰਦਰਾਇਨ ਆਦਿਕ ਵਰਤਾਂ ਨਾਲ ਖੀਨ ਕਰਨਾ ਕੁਦਰਤ ਦਾ ਪ੍ਰਯੋਜਨ ਹੈ। ਜੋ ਚੀਜ਼ ਇਸ ਪ੍ਰਯੋਜਨ ਲਈ ਬਣਾਈ ਗਿਆ ਉਸ ਤੋਂ ਨਿਯਮ ਪੂਰਵਕ ਉਹ ਕੰਮ ਲੈਣਾ ਹੀ ਬਣਾਉਣ ਵਾਲੇ ਦੀ ਆਸ਼ਾ ਦਾ ਪੂਰਨ ਕਰਨਾ ਤੇ ਉਹਦੀ ਪ੍ਰਸੰਨਤਾ ਦਾ ਪਾਤਰ ਬਣਾਇਆ ਜਾ ਸਕਦਾ ਹੈ। ਪਰ ਇਸ ਦੇ ਉਲਟ ਉਸ ਚੀਜ਼ ਤੋਂ ਕੰਮ ਨਾ ਲੈਣਾ ਜਿਸ ਲਈ ਉਹ ਬਣਾਈ ਗਈ ਹੈ ਸੁਚੱਜਤਾ ਨਹੀਂ ਅਤੇ ਉਹਦਾ ਯੋਗ ਵਰਤਾਓ ਕਰਨਾ ਧਰਮ ਹੈ। ਸਾਰੀਆਂ ਜੂਨੀਆਂ ਵਿੱਚ ਉੱਤਮ ਜੂਨੀ ਮਨੁੱਖ ਦੀ ਮੰਨੀ ਗਈ ਹੈ। ਜਿਸ ਤਰ੍ਹਾਂ ਦੀ ਕੋਮਲ ਰਚਨਾ ਇਹਦੇ ਸਰੀਰ ਵਿੱਚ ਦਿਖਾਈ ਦਿੰਦੀ ਹੈ, ਹੋਰ ਕਿਸੇ ਮਜੋਲੀ ਵਿੱਚ ਨਹੀਂ ਦਿਸਦੀ। ਮਨੁੱਖ ਦੇ ਫਰਜ਼ ਵੀ ਦੂਜਿਆਂ ਨਾਲੋਂ ਉੱਤਮ ਤੇ ਨਿਰਾਲੇ ਹਨ। ਪਰਮਾਤਮਾ ਦੀ ਪ੍ਰਸੰਨਤਾ ਇਸ ਗੱਲ ਵਿੱਚ ਹੈ ਕਿ ਮਨੁੱਖ ਜਾਤੀ ਉਹਦੀ ਬੁੱਧੀ ਤੋਂ ਬਲ ਨਾਲ ਸੰਸਾਰਕ ਤੇ ਵਿਵਹਾਰਕ ਕੰਮਾਂ ਨੂੰ ਪੂਰਾ ਕਰੇ, ਪਰ ਉਹਦੇ ਵਿੱਚ ਇੰਨੀ ਖੱਚਤ ਨਾ ਹੋ ਜਾਏ ਕਿ ਆਪਣੇ ਅਸਲੇ ਨੂੰ ਭੁੱਲ ਜਾਏ। ਆਪਣੇ ਤੇ ਦੂਜਿਆਂ ਦੇ ਅਧਿਕਾਰਾਂ ਨੂੰ ਪਛਾਣੋ, ਹਰ ਹਿਰਦੇ ਵਿੱਚ ਹਰੀ ਨੂੰ ਜਾਣੋ, ਸਾਰਿਆਂ ਨਾਲ ਸਮਤਾ ਦਾ ਵਰਤਾਓ ਕਰੋ, ਦਸਾਂ ਨੌਆਂ ਦੀ ਕਿਰਤ ਕਰੋ, ਆਪ ਖਾਏ ਲੋੜਵੰਦਾਂ ਨੂੰ ਖਵਾਏ, ਇੱਕ ਦੀ ਤਕਲੀਫ ਦੇਖ ਦੂਜੇ ਨੂੰ ਪਿਆਰ ਪੀੜਾ ਹੋ ਜਾਏ, ਸਾਰਿਆਂ ਦੇ ਸੀਨਿਆਂ ਵਿੱਚ ਪ੍ਰੇਮ ਦੀ ਗੰਗਾ ਵਗੇ, ਜਿੱਧਰ ਕਿੱਧਰ ਪ੍ਰੇਮ ਦੀਆਂ ਕਾਗਾਂ ਆ ਜਾਣ। ਇੱਕ ਧਨਾੜ ਦੋ ਆਦਮੀਆਂ ਨੂੰ 1-1 ਲੱਖ ਰੁਪਇਆ ਬਖਸ਼ਦਾ ਹੈ, ਇੱਕ ਉਸ ਰੁਪਏ ਨੂੰ ਧਰਤੀ ਵਿੱਚ ਦਬਾ ਦਿੰਦਾ ਹੈ ਤੇ ਅਜੇ ਢੰਗ ਵਰਤਦਾ ਹੈ ਕਿ ਉਸ ਰਕਮ ਤੋਂ ਲਾਭ ਨਹੀਂ ਉਠਾਉਂਦਾ ਤੇ ਹੋਰ ਕਿਸੇ ਦੇ ਕੰਨਾਂ ਵਿੱਚ ਉਹਦੀ ਭਿਣਕ ਵੀ ਨਹੀਂ ਪੈਣ ਦਿੰਦਾ। ਦੂਜਾ ਆਦਮੀ ਉਸ ਰੁਪਏ ਨੂੰ ਆਪਣੇ ਨਿਰਵਾਹ ਲਈ ਸੰਜਮ ਦੇ ਨਾਲ ਵਰਤਦਾ ਹੈ। ਭੁੱਖਾ ਧਿਆਇਆ ਨੰਗਾ ਲੋੜਵੰਦ ਅਤੇ ਰੋਗੀ ਆਦਿਕ ਵੇਖ ਕੇ ਉਹਨਾਂ ਦੀ ਸਹਾਇਤਾ ਲਈ ਖਰਚ ਕਰਦਾ। ਇਹਨਾਂ ਦੋਹਾਂ ਵਿੱਚ ਰੁਪਏ ਦਾ ਦੁਰਸਤ ਉਪਯੋਗ ਕਰਨ ਵਾਲਾ ਕਿਹੜਾ ਸਮਝਿਆ ਜਾਵੇਗਾ ਤੇ ਧਨਾੜ ਦੀ ਖੁਸ਼ੀ ਕਿਸ ਤੇ ਹੋਵੇਗੀ। ਪਹਿਲੇ ਤੇ ਜਾਂ ਜਿਸਨੇ ਰੁਪਇਆ ਮਿੱਟੀ ਹੇਠ ਦਬਾ ਕੇ ਮਿੱਟੀ ਕਰ ਦਿੱਤਾ ਕਿ ਜਿਸਨੇ ਸੰਜਮ ਨਾਲ ਆਪ ਵਰਤਿਆ ਤੇ ਦੁਖੀਆਂ ਨਾਥਾਂ ਤੇ ਲੋੜਵੰਦਾਂ ਵਿੱਚ ਵੰਡਿਆ। ਇਹ ਗੱਲ ਨਿਰਵਿਵਾਦ ਮੰਨਣੀ ਪਏਗੀ ਕਿ ਰੁਪਏ ਦੀ ਠੀਕ ਵਰਤੋਂ ਉਸ ਆਦਮੀ ਨੇ ਕੀਤੀ ਹੈ ਜੋ ਇਸ ਨੂੰ ਆਪ ਸੰਜਮ ਨਾਲ ਵਰਤਦਾ ਤੇ ਉਪਕਾਰ ਦੇ ਕੰਮਾਂ 'ਤੇ ਖਰਚ ਕਰਦਾ ਹੈ। ਇਸੇ ਤਰ੍ਹਾਂ ਜਿਹੜਾ ਆਦਮੀ ਕਿਸੇ ਪਹਾੜ ਦੀ ਕੰਦਰਾਂ ਵਿੱਚ ਜਾ ਬੈਠਾ, ਆਪਣੀ ਬੁੱਧੀ ਨਾਲ ਸੰਸਾਰ ਦਾ ਕੁਝ ਸਵਾਰ ਨਹੀਂ ਰਿਹਾ, ਆਪਣੇ ਬਲ ਨਾਲ ਕਿਸੇ ਅਨਾਥ ਦੀ ਰੱਖਿਆ ਨਹੀਂ ਕਰ ਰਿਹਾ, ਉਹਦੀ ਹਾਲਤ ਉਸ ਆਦਮੀ ਵਾਂਗ ਹੀ ਸਮਝੀ ਜਾਏਗੀ ਜੋ ਧਨ ਨੂੰ ਮਿੱਟੀ ਵਿੱਚ ਦਬਾ ਕੇ ਮਿੱਟੀ ਬਣਾ ਰਿਹਾ ਹੈ। ਪਰ ਜਿਹੜਾ ਸੰਸਾਰ ਵਿੱਚ ਰਹਿੰਦਾ, ਆਪਣਾ ਨਿਰਵਾਹ ਕਰਦਾ ਹੈ, ਲੋੜਵੰਦਾਂ ਤੋਂ ਦੁਖੀ ਆਦਮੀ ਦੀ ਬਾਂਹ ਫੜਦਾ ਹੈ ਤੇ ਸਿਰਜਣਹਾਰ ਨੂੰ ਵੀ ਨਹੀਂ ਭੁੱਲਦਾ, ਸਫਰ ਜਨਮ ਉਸ ਦਾ ਸਮਝਿਆ ਜਾਵੇਗਾ।
ਸਰੀਰ ਦੇ ਅੰਦਰ ਮਨ ਤੇ ਮਨ ਦੇ ਅੰਦਰ ਆਤਮਾ ਹੈ। ਸਰੀਰ ਸਥੂਲ ਹੈ, ਮਨ ਸੂਖਮ ਤੇ ਚੰਚਲ ਆਤਮਾ ਨਾਲੋਂ ਵੀ ਸੂਖਮ ਹੈ। ਇਹਨਾਂ ਤਿੰਨਾਂ ਵਿੱਚੋਂ ਆਤਮਾ ਮੁੱਖ ਹੈ। ਆਤਮਾ ਦੀ ਸੱਤਿਆ ਨਾਲ ਮਨ ਤੇ ਮਨ ਦੀ ਪ੍ਰੇਰਨਾ ਨਾਲ ਸਰੀਰ ਕੰਮ ਕਰਦਾ ਹੈ। ਮਨ ਚੰਚਲ ਹੈ, ਉਹਦੇ ਵਿਹਾਰ ਉੱਕਾ ਹੀ ਬੰਦ ਕਰਕੇ ਅਸੰਭਵ ਤੇ ਨੇੜੇ ਦਾ ਕੰਮ ਹੈ। ਜੇ ਮਨ ਆਕੀ ਹੋ ਬੈਠੇ ਆਤਮਾ ਵੱਲੋਂ ਤੇ ਤੁਰ ਪਏ ਵਾਸਨਾ ਦੇ ਪਿੱਛੇ ਤਾਂ ਦੇ ਜਨਮ ਜਨਮਾਂਤਰਾਂ ਦੇ ਗੇੜ ਪਾ ਜਾਏਗਾ। ਉਚਿਤ ਇਹ ਹੈ ਕਿ ਸਰੀਰ ਮਨ ਤੇ ਪ੍ਰਾਣ ਆਤਮਾ ਦੇ ਸਹਾਇਕ ਬਣਨ। ਆਤਮਾ ਦੇ ਅਧੀਨ ਹੋ ਕੇ ਕੰਮ ਕਰਨਾ ਇਹ ਧਰਮ ਦਾ ਅਭਿਪਰਾਇ ਹੈ। ਇਹ ਕਲਿਆਣ ਦਾ ਮਾਰਗ ਹੈ। ਇਹੀ ਅਸਲੀ ਯੋਗ ਹੈ ਤੇ ਇਹੀ ਗੁਰੂ ਗਿਆਨ ਹੈ। ਮਨੁੱਖ ਦਾ ਮਨ ਹੀ ਮਨੁੱਖ ਦੇ ਬੰਧ ਤੇ ਮੋਖੇ ਦਾ ਕਾਰਨ ਹੈ। ਚਿੱਤ ਦੇ ਚਲਾਏਮਾਨ ਹੋਣ ਤੇ ਸੰਸਾਰ, ਚਿੱਤ ਦੇ ਅਚਲ ਹੋਣ ਤੇ ਮੋਖ ਹੈ। ਪਰਮਾਰਥ ਸਾਧਨ ਦੇ ਜਿਨ ਉਪਾਏ ਹਨ, ਉਹਨਾਂ ਸਾਰਿਆਂ ਵਿੱਚ ਪ੍ਰਧਾਨ ਸਾਧਨ ਚਿੱਤ ਦੀ ਸਥਿਰਤਾ ਹੈ। ਜੋ ਇਸ ਮੁੱਖ ਕਿਰਿਆ ਨੂੰ ਛੱਡ ਦਿੱਤਾ ਜਾਏ ਤਾਂ ਸਾਰੀਆਂ ਕਿਰਿਆਵਾਂ ਨਿਸਫਲ ਹਨ। ਮਨ ਦੀਆਂ ਬ੍ਰਿਤੀਆਂ ਦੇ ਨਿਰੋਧ ਕਰਨ ਪੂਰ ਯੋਗ ਦੀ ਨੀਂਹ ਹੈ। ਚਿੱਤ ਬ੍ਰਿਤੀ ਦਾ ਰੋਕ ਲੈਣਾ ਕੋਈ ਸਹਿਜ ਗੱਲ ਨਹੀਂ। ਜਿਸ ਮਨ ਨੂੰ ਨਿਸ਼ਚਿਤ ਕਰਨ ਲਈ ਚਿਰੰਕਾਲ ਤੱਕ ਯੋਗੀ ਯਤਨ ਕਰਨ ਤੇ ਵੀ ਗਿਰ ਜਾਂਦੇ ਰਹੇ। ਵਿਸ਼ਵਾਮਿੱਤਰ ਜਿਹੇ ਤਪਸਵੀ ਜਿਹੜੇ ਕਿ ਆਪਣੇ ਤਪੋਬਲ ਨਾਲ ਇੱਕ ਨਵੀਂ ਸ੍ਰਿਸ਼ਟੀ ਰਚਣ ਲੱਗੇ ਸਨ, ਜੋ ਉਹ ਵੀ ਇਸ ਮਨ ਦੇ ਢੰਗ ਨੂੰ ਨਹੀਂ ਰੋਕ ਸਕੇ, ਤਦ ਸਰਬ ਸੁਧਾਰਨ ਤੋਂ ਆਸ ਰੱਖਣਾ ਕਿ ਚਿੱਤਰ ਬ੍ਰਿਤੀ ਦਾ ਨਿਰੋਧ ਕਰ ਸਕਣਗੇ, ਇਹ ਮਖੌਲ ਹੈ। ਸਨਕਾਦਿਕ ਨਾਰਦ ਮੁਨ ਸੇਖਾ, ਤਿਨ ਵੀ ਤਨ ਮੈਂ ਮਨ ਮੈਂ ਨਹੀਂ ਭੇਖਾ। ਨਦੀ ਕੰਢਿਆਂ ਤੱਕ ਭਰ ਕੇ ਵਗ ਰਹੀ ਹੋਵੇ ਤਦ ਉਸ ਨੂੰ ਕੌਣ ਰੋਕ ਸਕਦਾ ਹੈ। ਜੋ ਇੱਕ ਪਾਸਿਓਂ ਰੋਕਿਆ ਜਾਏਗਾ ਤਾਂ ਦੂਜੇ ਪਾਸਿਓਂ ਚੱਲ ਪਏਗਾ। ਜੇ ਦੂਜੇ ਪਾਸਿਓਂ ਰੋਕਿਆ ਜਾਏ ਤਾਂ ਤੀਜੇ ਪਾਸਿਓਂ ਪ੍ਰਵਾਹ ਚਲਾ ਜਾਏਗਾ। ਉਸ ਦੇ ਪ੍ਰਵਾਹ ਨੂੰ ਰੋਕਣਾ ਸੰਭਵ ਜਿਹੀ ਗੱਲ ਹੈ। ਮਨ ਦੀ ਹਾਲਾਤ ਵੀ ਨਦੀ ਵਾਂਗ ਹੈ। ਇਸ ਦੇ ਵੇਗ ਨੂੰ ਰੋਕਣਾ ਉਸ ਤੋਂ ਕਠਿਨ ਹੈ। ਇੱਕ ਪਾਸਿਓਂ ਹਟਾਓ ਬੇਮਲੂਮਾ ਦੂਜੇ ਪਾਸੇ ਤਿਲਕ ਜਾਏਗਾ। ਉਸ ਪਾਸਿਓਂ ਉਠਾਓ ਹੋਰ ਨਵਾਂ ਰਾਹ ਕੱਢ ਲਏਗਾ। ਮਨ ਦੀ ਚੰਚਲਤਾ ਤੇ ਵੇਗ ਹੀ ਵੱਡੇ ਵੱਡੇ ਰਿਸ਼ੀਆਂ, ਮੁਨੀਆਂ, ਯੋਗੀਆਂ ਤੇ ਸਾਧਕਾਂ ਦੇ ਅਪਮਾਨ ਦਾ ਕਾਰਨ ਬਣ ਰਹੇ ਹਨ। ਇਸ ਵੇਗ ਨੂੰ ਰੋਕਿਆ ਜਾ ਸਕਦਾ ਸੀ ਜੇ ਨਿਰਬਲ ਹੋਵੇ ਜਾਂ ਸੁਭਾਅ ਤੋਂ ਟਲ ਜਾਣ ਵਾਲਾ ਹੋਵੇ। ਇੱਥੇ ਇਹ ਦੋਨੋਂ ਗੱਲਾਂ ਨਹੀਂ। ਮਨ ਦਾ ਸੁਭਾਅ ਟਲਣ ਵਾਲਾ ਨਹੀਂ ਤੇ ਉਸ ਦੀ ਇਹ ਸਬਤ ਆਦਤ ਹੈ। ਇਸ ਵਾਸਤੇ ਗੁਰੂ ਗਿਆਨ ਦੱਸਦਾ ਹੈ ਕਿ ਚਿੱਤ ਦੀ ਬ੍ਰਿਤੀ ਦੇ ਨਿਰੋਧ ਕਰਨ ਤੇ ਯਤਨ ਵਿੱਚ ਨਾ ਲੱਗੋ, ਇਸ ਦੇ ਪ੍ਰਵਾਹ ਨੂੰ ਬਦਲ ਦੇਵੋ। ਮਨ ਆਪਣੀ ਸੁਭਾਵਿਕ ਤੇਜ਼ੀ ਨਾਲ ਤੁਰਦਾ ਰਹੇਗਾ ਤੇ ਤੁਹਾਡਾ ਕੰਮ ਸਰ ਜਾਏਗਾ। ਜਿਵੇਂ ਨਦੀ ਆਪਣੇ ਤੇਜ਼ ਧਾਰਾ ਨਾਲ ਸਮੁੰਦਰ ਵੱਲ ਜਾਂਦੀ ਹੈ, ਤਿਵੇਂ ਤੁਸੀਂ ਆਪਣੇ ਮਨ ਦੀ ਮੁਹਾਰ ਵਾਹਿਗੁਰੂ ਵੱਲ ਮੋੜ ਦੇਵੋ। ਵਿਸ਼ਿਆਂ ਦਾ ਚਿੰਤਨ ਕਰਦਿਆਂ ਰਹਿਣਾ ਹੈ। ਵਿਸ਼ਿਆਂ ਦਾ ਚਿੰਤਨ ਕਰੋਗੇ ਤਾਂ ਜਨਮ ਮਰਨ ਦੇ ਗੇੜ ਵਿੱਚ ਸੁੱਟੋਗੇ, ਤੇ ਜੇ ਵਾਹਿਗੁਰੂ ਚਿੰਤਨ ਵਿੱਚ ਲੱਗ ਗਿਆ ਬਸ ਫਿਰ ਸਿੱਧੀਆਂ ਨਿੱਧੀਆਂ ਤੇ ਰਿੱਧੀਆਂ ਤੁਹਾਡੇ ਪਿੱਛੇ ਲੱਗੀਆਂ ਫਿਰਨਗੀਆਂ। ਗੁਰੂ ਗਿਆਨ ਵਿੱਚ ਚਿੱਤ ਬ੍ਰਿਤੀ ਦੇ ਨਿਰੋਧ ਦਾ ਪ੍ਰਸ਼ਨ ਹੀ ਨਹੀਂ ਪੈਂਦਾ। ਜਿਸ ਚੀਜ਼ ਦਾ ਕਿਸੇ ਦੇ ਚਿੱਤ ਵਿੱਚ ਦਮ ਹੈ, ਉਸੇ ਦਾ ਚਿੱਤ ਵਿੱਚ ਚਿਤੰਗਨ ਬਣ ਜਾਏਗਾ। ਜਿੰਨੀ ਪ੍ਰਬਲ ਚਾਹ ਹੋਵੇਗੀ ਉਨੀ ਹੀ ਪ੍ਰਬਲਤਾ ਨਾਲ ਚਿੰਤਨ ਹੋਵੇਗਾ। ਉਸੇ ਦੇ ਖਿਆਲ, ਉਸੇ ਦੇ ਵਿਚਾਰ, ਉਸੇ ਦੀ ਸੰਪਤੀ ਦੀਆਂ ਮਿਉਂਤਾਂ ਦੇ ਜੋੜਾਂ ਤੋੜਾਂ 'ਤੇ ਮਨ ਲੱਗਾ ਰਹੇਗਾ। ਇੱਥੋਂ ਤੱਕ ਕਿ ਉੱਠਦੇ ਬੈਠਦੇ ਤੁਰਦੇ ਫਿਰੇ ਉਸੇ ਦਾ ਧਿਆਨ ਰਹੇਗਾ ਅਤੇ ਰਾਤੀ ਸੁੱਤਿਆਂ ਸੁਪਨੇ ਵੀ ਉਸੇ ਦੇ ਹੀ ਆਉਣਗੇ। ਅਭਿਆ ਵਰਤ ਚਿੰਤਨ ਹੀ ਉਹ ਚੀਜ਼ ਹੈ ਜਿਸ ਵਿੱਚੋਂ ਭਗਤੀ ਦਾ ਬੀਜ ਉਤਪੰਨ ਹੁੰਦਾ ਹੈ। ਅਨੁਰਾਗ ਬਿਨਾਂ ਭਗਤੀ ਨਹੀਂ, ਭਗਤੀ ਬਿਨਾਂ ਪ੍ਰੇਮ ਨਹੀਂ, ਤਾਂ ਪ੍ਰੇਮ ਬਿਨਾਂ ਆਤਮਨੰਦ ਦੀ ਪ੍ਰਾਪਤੀ ਕਿੱਥੋਂ ਹੋਏਗੀ। ਕਿਸੇ ਸੰਸਾਰ ਹੇਤੂ ਦਾ ਆਸਰਾ ਨਾ ਲੈ ਕੇ ਭਗਵਾਨ ਨਾਲ ਜੋ ਪ੍ਰੇਮ ਕੀਤਾ ਜਾਂਦਾ ਉਹ ਹੀ ਸਰਵੋਤਮ ਭਗਤੀ ਹੈ। ਜਿਵੇਂ ਪਸ਼ੂ ਕਿਸੇ ਦੇ ਹੱਥ ਵਿੱਚ ਹਰਾ ਪੱਠਾ ਵੇਖ ਕੇ ਉਹਦੇ ਪਿੱਛੇ ਤੁਰ ਪੈਂਦਾ ਹੈ, ਤਿਵੇਂ ਹੀ ਮਨ ਕਿਸੇ ਚੀਜ਼ ਦੇ ਗੁਣ ਵੇਖ ਕੇ ਉਸ ਪਾਸੇ ਲੱਗਦਾ ਹੈ। ਜਿਉਂ-ਜਿਉਂ ਚੀਜ਼ ਪ੍ਰਾਪਤੀ ਦੀ ਖਿੱਚ ਵੱਧਦੀ ਹੈ ਤਿਉਂ-ਤਿਉਂ ਇਹ ਖਿੱਚ ਆਪਣੇ ਆਪ ਦ੍ਰਿੜ ਤੇ ਸੁਭਾਵਕ ਹੁੰਦੀ ਜਾਂਦੀ ਹੈ। ਵਾਹਿਗੁਰੂ ਦੀ ਪ੍ਰਾਪਤੀ ਲਈ ਸਭ ਤੋਂ ਵੱਡੀ ਤੇ ਜ਼ਰੂਰੀ ਗੱਲ ਸ਼ਰਧਾ ਹੈ। ਵਾਹਿਗੁਰੂ ਦੇ ਹੋਣ ਦੇ ਅਟਲ ਵਿਸ਼ਵਾਸ ਤੋਂ ਬਿਨਾਂ ਪਰਮਾਰਥ ਦੀ ਕਿਸੇ ਤਰ੍ਹਾਂ ਨਾਲ ਵੀ ਸਿੱਧੀ ਨਹੀਂ ਹੋ ਸਕਦੀ। ਜਦ ਮਨ ਇੱਕ ਪਾਸੇ ਵਾਹਿਗੁਰੂ ਨੂੰ ਸਰਬ ਸ਼ਕਤੀਮਾਨ, ਸਰਬ ਐਸ਼ਵਰਿਆਵਾਨ, ਸਰਬ ਵਿਆਪਕ ਅਤੇ ਸਰਵੋਤਮ ਆਦਿਕ ਸਰਬ ਗੁਣ ਸੰਪੰਨ ਜਾਣ ਇਹਨਾਂ ਗੁਣਾਂ 'ਤੇ ਮੁਗਧ ਹੁੰਦਾ ਹੈ, ਦੂਜੇ ਪਾਸੇ ਆਪਣੇ ਆਪ ਨੂੰ ਹਰ ਗੱਲ ਵਿੱਚ ਹੀਨ ਤੇ ਦੀਨ ਦੇਖਦਾ ਹੈ, ਤਦ ਸੁੱਤੇ ਹੀ ਉਹਦੇ ਦਿਲ ਵਿੱਚ ਵਾਹਿਗੁਰੂ ਸੰਬੰਧੀ ਅਨੁਰਾਗ ਉਤਪੰਨ ਹੋ ਜਾਂਦਾ ਹੈ। ਅਨੁਰਾਗ ਸ਼ਬਦ ਬਣਿਆ ਹੈ ਅਨੂ ਤੇ ਰਾਗ ਤੋਂ। ਅਨੂ ਦੇ ਅਰਥ ਹਨ ਪਿੱਛੇ ਤੇ ਰਾਗ ਕਹਿੰਦੇ ਹਨ ਪ੍ਰੇਮ ਨੂੰ। ਅਨੁਰਾਗ ਦੇ ਅਰਥ ਬਣੇ ਪਿੱਛੋਂ ਪ੍ਰੇਮ। ਵਾਹਿਗੁਰੂ ਪ੍ਰੇਮਮਈ ਹੈ ਅਤੇ ਰਸਮਈ ਹੈ। ਉਹ ਜੀਵਾਂ ਨਾਲ ਪਿਆਰ ਕਰਦਾ ਹੈ। ਉਹਦੀ ਕਿਰਨ ਹੀ ਜੀਵਾਂ ਵਿੱਚ ਆ ਕੇ ਸਨੇਹ ਅਤੇ ਪ੍ਰੇਮ ਅਖਵਾਉਂਦੀ ਹੈ। ਉਹਦਾ ਪ੍ਰੇਮ ਹੀ ਆਤਮ ਧਰਮ ਅਤੇ ਮਨੋ ਧਰਮ ਹੈ। ਪਹਿਲਾਂ ਵਾਹਿਗੁਰੂ ਜੀਵ ਨਾਲ ਪ੍ਰੇਮ ਕਰਦਾ ਹੈ, ਫਿਰ ਜੀਵ ਉਹਦੇ ਐਸ਼ਵਰਿਆ, ਪ੍ਰਕਾਰਿਆ, ਯਸ਼, ਸ਼੍ਰੀ ਅਤੇ ਗਿਆਨ ਆਦਿ ਗੁਣਾਂ ਨੂੰ ਵੇਖ ਕੇ ਉਹਦੇ ਗੁਣਾਂ ਨਾਲ ਪ੍ਰੇਮ ਕਰਦਾ ਹੈ। ਇਸ ਕਰਕੇ ਜੀਵ ਦਾ ਵਾਹਿਗੁਰੂ ਨਾਲ ਪ੍ਰੇਮ ਅਨੁਰਾਗ ਪਿੱਛੋਂ ਪ੍ਰੇਮ ਅਖਾਉਂਦਾ ਹੈ। ਇਸ ਅਨੁਰਾਗ ਵਿੱਚ ਮਗਨ ਹੋ ਕੇ ਮਨੁੱਖ ਵਾਹਿਗੁਰੂ ਨਾਮ ਜਪ ਕਰਦਾ ਰਹੇ। ਸਦਾ ਦਰਿਆ ਦੇ ਵੇਗ ਵਾਂਗ ਨਾਮ ਜਪ ਦਾ ਪ੍ਰਵਾਹ ਚੱਲੇ। ਆਪਣੇ ਆਪ ਮਨ ਵਿੱਚ ਇਕਾਗਰ ਹੋ ਜਾਏਗਾ। ਇਕਾਗਰ 1+ ਆਗਰ ਮਤਲਬ ਇੱਕ ਵਾਹਿਗੁਰੂ, ਆਗਰ ਅੱਗੇ, ਇੱਕ ਦੇ ਅੱਗੇ ਵਾਹਿਗੁਰੂ ਦੇ ਸਨਮੁਖ ਹੋਣ ਦਾ ਨਾਮ ਹੀ ਇਕਾਗਰ ਹੋਣਾ ਹੈ। ਸੰਸਾਰ ਵਿੱਚ ਜਨਮ ਲੈਂਦਿਆਂ ਹੀ ਜਦ ਜੀਵਧਾਰੀ ਦੀਆਂ ਅੱਖਾਂ ਖੁੱਲ੍ਹਦੀਆਂ ਹਨ ਤਦ ਉਹ ਆਪਣੇ ਅੱਗੇ ਪਿੱਛੇ ਨੇੜੇ ਤੇੜੇ ਜੋ ਕੁਝ ਕਿਸੇ ਨੂੰ ਕਰਦਿਆਂ ਵੇਖਦਾ ਜਾਂ ਕਹਿੰਦਾ ਹੈ, ਜਿਉਂ-ਜਿਉਂ ਵੱਡਾ ਹੁੰਦਾ ਹੈ ਤਿਉਂ-ਤਿਉਂ ਉਸੇ ਤਰ੍ਹਾਂ ਦੇ
ਤੇ ਕਹਿਣ ਦਾ ਯਤਨ ਕਰਦਾ ਹੈ, ਤੇ ਇਸ ਤਰ੍ਹਾਂ ਨਾਲ ਬੇਮਲੂਮੇ ਹੀ ਆਪਣੇ ਅੱਗੇ ਪਿੱਛੇ ਦੇ ਹਾਲਾਤ ਦੇ ਸਾਂਚੇ ਵਿੱਚ ਢਲ ਜਾਂਦਾ। ਇਸ ਦਾ ਭਾਵ ਇਹ ਹੈ ਕਿ ਮਨੁੱਖ ਦਾ ਗਿਆਨ ਭੰਡਾਰ ਬਹੁਤਾ ਕੁਝ ਸੰਗਤ ਤੋਂ ਬਣਦਾ ਹੈ, ਅਤੇ ਇਸੇ ਤਰ੍ਹਾਂ ਨਾਲ ਜੋ ਕੁਛ ਕਰਦਾ ਹੈ ਉਹ ਵੀ ਸੰਗਤ ਦੇ ਪ੍ਰਭਾਵ ਨਾਲ ਕਰਦਾ। ਸੰਸਾਰਕ, ਵਿਹਾਰਕ ਅਤੇ ਪਰਮਾਰਥਕ ਜਿਸ ਪਾਸੇ ਦੀ ਵੀ ਕਿਸੇ ਨੂੰ ਲਗਨ ਲੱਗੀ ਹੈ ਅਤੇ ਜਿਸ ਪਾਸੇ ਵੀ ਕੋਈ ਪ੍ਰਵਿਰਤੀ ਹੋਇਆ ਹੈ, ਸੰਗਤ ਦੇ ਪ੍ਰਭਾਵ ਨਾਲ ਹੀ ਹੋਇਆ ਹੈ। ਮੇਰੇ ਸੱਚੇ ਪਾਤਸ਼ਾਹ ਸਤਿਗੁਰੂ ਜੀ ਪਰਮਾਰਥ ਸਿੱਧੀ ਦੀ ਪਹਿਲੀ ਪੌੜੀ ਸੰਗਤ ਹੀ ਦੱਸਦੇ ਹਨ, ਅਤੇ ਆਪਣੀ ਦੈਵੀ ਬਾਣੀ ਵੀ ਥਾਂ ਥਾਂ 'ਤੇ ਇਹੀ ਫਰਮਾਉਂਦੇ ਹਨ ਕਿ ਬਿਨ ਸਤਸੰਗ ਸੁਖ ਕਿਨ ਨਾ ਪਾਇਆ। ਜਿਸ ਸਤਸੰਗ ਤੋਂ ਬਿਨਾਂ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ, ਜਨਮ ਮਰਨ ਦੇ ਦੁੱਖ ਨਹੀਂ ਕੱਟਦੇ, ਉਹ ਸਤਸੰਗ ਦਾ ਸਰੂਪ ਕੀ ਹੈ। ਮੇਰੇ ਸਰਤਾਜ ਗੁਰੂ ਜੀ ਦੱਸਦੇ ਹਨ, ਸਤਸੰਗਤ ਕੈਸੇ ਜਾਣੀ ਹੈ ਜਿੱਥੇ ਏਕ ਨਾਮ ਬਖਾਨੀ ਹੈ। ਜਿੱਥੇ ਇੱਕ ਵਾਹਿਗੁਰੂ ਦਾ ਚਿੰਤਨ ਹੁੰਦਾ ਹੈ, ਜਿੱਥੇ ਇੱਕ ਦੀਆਂ ਵਿਚਾਰਾਂ ਹੁੰਦੀਆਂ, ਜਿੱਥੇ ਇੱਕ ਦੀਆਂ ਕਥਾ ਹੁੰਦੀਆਂ ਹਨ ਅਤੇ ਜਿੱਥੇ ਇੱਕ ਦਾ ਹੀ ਨਿਰੂਪਣ ਹੁੰਦਾ ਹੈ, ਉਹ ਹੀ ਸਤਸੰਗ ਅਰਥਾਤ ਸੱਚਾ ਸੰਗ ਹੈ। ਇਸ ਸਤਸੰਗ ਵਿੱਚ ਗਿਆ ਪ੍ਰਭੂ ਦੀ ਯਸ਼, ਕੀਰਤੀ, ਉੱਚਤਾ ਆਦਿ ਗੁਣਾਂ ਦੀ ਬਹੁਤ ਥੋਹ ਹੁੰਦੀ ਹੈ। ਕਥਾ ਵਾਰਤਾ ਸੁਣ ਕੇ ਚਿੱਤ ਵਿੱਚ ਹੁਲਾਸ ਉਪਜਦਾ ਹੈ। ਦੂਜਿਆਂ ਦੀਆਂ ਹੱਡ ਬੀਤੀਆਂ ਸੁਣ ਕੇ ਅਜਿਹਾ ਹੋਣ ਦਾ ਚਾਅ ਉਤਪੰਨ ਹੁੰਦਾ ਹੈ। ਪਰਮਾਰਥ ਦੇ ਰਾਹ ਦੇ ਵਿਘਨਾਂ ਦਾ ਟਾਕਰਾ ਕਰਨ ਲਈ ਦ੍ਰਿੜਤਾ ਆਉਂਦੀ ਹੈ। ਜਿਉਂ-ਜਿਉਂ ਗੁਣ ਸਰਵਣ ਕਰੀਦਾ ਹਨ, ਤਿਉਂ-ਤਿਉਂ ਸਰਧਾ ਉਪਜਦੀ ਹੈ। ਜਿਉਂ-ਜਿਉਂ ਸਰਧਾ ਵੱਧਦੀ ਹੈ, ਤਿਉਂ-ਤਿਉਂ ਪ੍ਰੇਮ ਉਪਜਦਾ ਹੈ। ਪ੍ਰੇਮ ਵੱਧਦਾ ਇੱਥੋਂ ਤੱਕ ਪਹੁੰਚਾ ਦਿੰਦਾ ਹੈ ਕਿ ਹਰ ਬਿਨ ਨੀਂਦ ਭੂਖ ਨੇ ਕੋ ਕੈਸੀ, ਕਾਪਤ ਤਨ ਨਾ ਸੁਖਵਾਏ। ਜਿਉਂ-ਜਿਉਂ ਪ੍ਰੇਮ ਦਾ ਰੰਗ ਚੜ੍ਹਦਾ ਜਾਂਦਾ ਹੈ, ਤਿਉਂ-ਤਿਉਂ ਸੰਸਾਰਕ ਵਿਸ਼ੇ ਵਾਸਨਾ ਵੱਲੋਂ ਚਿੱਤ ਉਪਰਾਮ ਹੁੰਦਾ ਚਲਾ ਜਾਂਦਾ ਹੈ। ਉਹ ਰਸ ਪੀਏ ਰਸ ਨਹੀਂ ਭਾਵਾ। ਜਿਉਂ-ਜਿਉਂ ਵਿਸ਼ੇ ਵਾਸਨਾ ਵੱਲੋਂ ਚਿੱਤ ਦੀਆਂ ਵਿਰਤੀਆਂ ਉਪਰਾਮ ਹੁੰਦੀਆਂ ਹਨ, ਤਿਉਂ-ਤਿਉਂ ਵਾਹਿਗੁਰੂ ਦੀ ਸਮੀਪਤਾ ਪ੍ਰਾਪਤ ਹੁੰਦੀ ਹੈ, ਅਤੇ ਹਾਲਾਤ ਇੱਥੋਂ ਤੱਕ ਜਾ ਪੁੱਜਦੀ ਹੈ ਕਿ ਏਕ ਨਿਮਖ ਜਿਉ ਬਿਸਰੈ ਸੁਆਮੀ, ਜਾਨੋ ਕੋਟ ਦਿਸਮ ਲਖਬਰੀਆ, ਆਖਾ ਜੀਵਾ ਬਿਸਰੇ ਮਰ ਜਾਓ। ਸਤਿਗੁਰ ਦੋ ਤਰ੍ਹਾਂ ਦਾ ਸਮਝਣਾ ਚਾਹੀਦਾ ਹੈ ਕਿ ਜਿਹਾ ਕਿ ਉੱਪਰ ਦੱਸਿਆ, ਜਿੱਥੇ ਵਾਹਿਗੁਰੂ ਸੰਬੰਧੀ ਕਥਾ ਵਾਰਤਾ ਅਤੇ ਕੀਰਤਨ ਹੁੰਦਾ ਹੋਵੇ। ਗੁਰਬਾਣੀ ਅਤੇ ਗੁਰੂ ਇਤਿਹਾਸ ਦਾ ਇਕਾਂਤ ਵਿੱਚ ਬੈਠ ਕੇ ਪਾਠ ਕਰਨਾ ਇਹ ਵੀ ਸਤਸੰਗ ਹੈ। ਅਤੇ ਇਸ ਸਮੇਂ ਵਿੱਚ ਜਿਸ ਵੇਲੇ ਕਿ ਸਾਧੂ ਅਤੇ ਸੰਤਾਂ ਦੇ ਰੂਪ ਵਿੱਚ ਅਨੇਕਾਂ ਪਖੰਡੀ, ਤੰਬੀ, ਸਵਾਰਥੀ, ਕਾਮੀ ਅਤੇ ਲੋਭੀ ਵੀ ਥਾਂ ਥਾਂ ਅੱਡੇ ਜਮਾਈ ਬੈਠੇ ਨੇ, ਕਿਸੇ ਸੱਚੂ ਸਾਧੂ ਦਾ ਮਿਲਣ ਕਠਿਨ ਹੋ ਰਿਹਾ ਹੈ। ਗੁਰਬਾਣੀ ਅਤੇ ਗੁਰੂ ਇਤਿਹਾਸ ਦਾ ਇਕਾਂਤ ਵਿੱਚ ਵਿਚਾਰ ਹੀ ਸ਼੍ਰੇਸ਼ਟ ਅਤੇ ਸੁਖਦਾਈ ਸਤਸੰਗ ਹੈ। ਪਰਮਾਰਥ ਵਿੱਚ ਮਨੁੱਖ ਦਾ ਸਭ ਤੋਂ ਵੱਡਾ ਸ਼ਤਰੂ ਹੰਕਾਰ ਹੈ। ਰੁਪਿਆ ਛੱਡਿਆ ਜਾ ਸਕਦਾ ਹੈ, ਮਕਾਨ ਛੱਡੇ ਜਾ ਸਕਦੇ ਹਨ, ਜ਼ਮੀਨ ਛੱਡੀ ਜਾ ਸਕਦੀ ਹੈ, ਅਤੇ ਵਿਸ਼ੇ ਤਰ੍ਹਾਂ ਇਸਤਰੀ, ਧੀਆਂ, ਪੁੱਤਰ, ਸਾਗ ਸੰਬੰਧੀ ਛੱਡੇ ਜਾ ਸਕਦੇ, ਪਰ ਹੰਕਾਰ ਦਾ ਛੱਡਣਾ ਬਹੁਤ ਔਖਾ ਹੈ। ਨਿਰਜਨ ਪਹਾੜ ਦੀਆਂ ਕੰਧਰਾਂ ਵਿੱਚ ਨਿਰਾਹਾਰੀ ਯੋਗੀ ਵਰ੍ਹਿਆਂ ਬੱਧੀ ਸਮਾਧੀ ਲਗਾਉਣ ਪਿੱਛੋਂ ਜਿਸ ਵੇਲੇ ਸੁਚੇਤ ਹੋ ਬੈਠਦਾ, ਉਸੇ ਵੇਲੇ ਉਹਦੇ ਚਿੱਤ ਦੀ ਨੁੱਕਰ ਵਿੱਚ ਆਵਾਜ਼ ਉੱਠਦੀ ਹੈ, ਉਹ ਮੈਂ ਬੜਾ ਤਪੱਸੀ, ਵੀ ਮੇਰੇ ਜਿਹਾ ਤਿਆਗੀ ਵੈਰਾਗੀ ਕੌਣ ਹੈ। ਹੰਕਾਰ ਪਰਮਾਰਥੀ ਦਾ ਬੜੀ ਦੂਰ ਤੱਕ ਪਿੱਛਾ ਕਰਦਾ ਹੈ, ਬੜੇ ਸੂਖਮ ਰੂਪ ਧਾਰ ਕੇ ਪਿੱਛਾ ਕਰਦਾ ਹੈ, ਅਤੇ ਇਸ ਤੋਂ ਬਚਣਾ ਕਠਿਨ ਹੈ। ਯੋਗੀ ਦੀ ਨਿਵ੍ਰਿੱਤੀ ਦੇ ਉਪਾਅ ਕਰਦੇ ਹਨ, ਪਰ ਉਹ ਇੱਕ ਅੰਗ ਦੇ ਹੁੰਦੇ ਹਨ। ਸੰਸਾਰਕ ਪਹਿਲੂ ਤੇ ਉਹਦੇ ਕਰਨ ਦਾ ਉਹਨਾਂ ਵਿੱਚ ਕੋਈ ਅਵਸਰ ਨਹੀਂ। ਪਰੰਤੂ ਮੇਰੇ ਸੱਚੇ ਪਾਤਸ਼ਾਹ ਗੁਰੂ ਜੀ ਮਹਾਰਾਜ ਜਿੱਥੇ ਸਰਬ ਰੋਗ ਕਾ ਔਖਦ ਨਾਮ ਦਿੰਦੇ ਹਨ, ਉੱਥੇ ਨਾਲ ਹੀ ਮਨ ਦੀ ਮੈਲ ਲਾਹੁਣ ਅਤੇ ਹੰਕਾਰ ਤੇ ਦੂਰ ਕਰਨ ਲਈ ਸੰਗਤਾਂ ਦੀ ਸੇਵਾ ਦਾ ਹੁਕਮ ਦਿੰਦੇ ਹਨ। ਸੇਵਾ ਕੀਤਿਆਂ ਦੂਜਿਆਂ ਨਾਲੋਂ ਆਪਣੇ ਵਿੱਚ ਜਿਹੜੀ ਕਿਸੇ ਗੱਲ ਦੀ ਵਿਸ਼ੇਸ਼ਤਾ ਦਾ ਖਿਆਲ ਹੁੰਦਾ ਹੈ, ਦੂਰ ਹੋ ਜਾਂਦਾ ਹੈ। ਦੂਜਿਆਂ ਦਾ ਕਾਰਜ ਸੁਧਰਦਾ ਹੈ। ਸਿੱਖੀ ਦੀ ਪਹਿਲੀ ਪੌੜੀ ਹੀ ਸੇਵਾ ਹੈ। ਸੁਣੋ ਕਿੰਨੀ ਪਿਆਰੀ ਮਿੱਠੀ ਬੋਲੀ ਹੈ, ਕਿੰਨੀ ਮਧੁਰ ਬਾਣੀ ਹੈ, ਕਿੰਨੀ ਮਨਮੋਹਣ ਵਾਲੀ ਲੈ ਹੈ, ਅਤੇ ਕਿੰਨੀ ਸਿੱਖਿਆ ਭਰੀ ਸੱਧ ਹੈ ਕਿ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਵਲ ਕਰਨੀ। ਹੋਰ ਬਚਨ ਹੈ, ਜੇਤੇ ਜੀ ਤੇਤੇ ਸਭ ਤੇਰੇ, ਬਿਨ ਸੇਵਾ ਫਲ ਕਿਸੇ ਨਾਹੀ। ਸੇਵਾ ਕਈ ਪ੍ਰਕਾਰ ਦੀ ਹੈ। ਸੰਗਤ ਦੇ ਜੋੜੇ ਝਾੜਨੇ, ਬਰਤਨ ਸਾਫ਼ ਕਰਨੇ, ਝਾੜੂ ਦੇਣਾ, ਪੱਖਾ ਫੇਰਨਾ, ਪਾਣੀ ਢੋਣਾ, ਲੰਗਰ ਲਈ ਲੱਕੜਾਂ ਲਿਆਉਣੀਆਂ, ਰੋਗੀਆਂ ਦੀ ਦਵਾ ਦਾਰੂ ਕਰਨੀ, ਸਤਸੰਗ ਵਿੱਚ ਜਾ ਕੇ ਸੇਵਾ ਕਰਨੀ ਸਰਵੋਤਮ ਹੈ। ਸੇਵਾ ਨਾਲ ਮਨ ਦੀ ਮੈਲ ਉਤਰਦੀ ਹੈ, ਹੰਕਾਰ ਦੀ ਨਿਵ੍ਰਿੱਤੀ ਹੁੰਦੀ ਹੈ, ਆਪਸ ਵਿੱਚ ਪਿਆਰ ਵੱਧਦਾ ਹੈ, ਅਤੇ ਸਰਬ ਵਿਆਪਕ ਹਰ ਘਟ ਵਿੱਚ ਨਜ਼ਰ ਆਉਣ ਲੱਗ ਪੈਂਦਾ। ਸਤਸੰਗ ਦੇ ਪ੍ਰਤਾਪ ਨਾਲ ਮਾਇਆ ਦਾ ਰੰਗ ਲੈ ਜਾਂਦਾ ਹੈ। ਜਿਸੇ ਪ੍ਰਾਪਤ ਸਾਧ ਸੰਗ ਤਿਸ ਜਨ ਲਾਗਾ ਪਾਰ ਬ੍ਰਹਮ ਰੰਗ, ਤੇ ਬੰਧਨ ਤੇ ਪਏ ਮੁਕਤ ਅਤੇ ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਪਇਓ ਸਾਥੀ। ਮੇਰੇ ਦੋ ਜਹਾਨ ਦੇ ਰੱਖਿਅਕ ਸਤਿਗੁਰ ਸੰਸਾਰ ਦੇ ਸਾਰੇ ਹੀ ਕਰਮਾਂ ਦਾ ਜ਼ਿਕਰ ਕਰਦੇ ਹੋਏ ਸਤਸੰਗ ਨੂੰ ਸਿਰਫ ਕਰਮ ਦੱਸਿਆ ਅਤੇ ਫਰਮਾਇਆ ਹੈ, ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਨਤ ਮਲ ਸਗਲੀ ਖੋਵੈ। ਸਤਸੰਗ ਦਾ ਹੀ ਇੱਕ ਹਿੱਸਾ ਕੀਰਤਨ ਸਰਵਣ ਹੈ। ਕੀਰਤਨ ਕਰਨ ਅਤੇ ਸੁਣਨ ਦੇ ਨਾਲ ਮਨ ਇਕਾਗਰ ਹੁੰਦਾ ਹੈ, ਵਾਹਿਗੁਰੂ ਦੇ ਚਰਨਾਂ ਨਾਲ ਪ੍ਰੀਤੀ ਉਪਜਦੀ ਹੈ, ਅਤੇ ਲਿਵ ਦੀ ਤਾਰ ਜੁੜਦੀ ਹੈ। ਮੇਰੇ ਸ਼ਹਿਨਸ਼ਾਹ ਫਰਮਾਉਂਦੇ ਹਨ, ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁੱਖ ਨਿਕਟ ਨਾ ਆਵੈ। ਸਾਰੇ ਯੋਗਾਚਾਰਿਆਂ ਦਾ ਸਿਧਾਂਤ ਹੈ ਕਿ ਸਾਰੀਆਂ ਯੋਗ ਕਿਰਿਆ ਕਰਨ ਦੇ ਮਗਰੋਂ ਵੀ ਜਦ ਤੱਕ ਯੋਗੀ ਦੇ ਹਿਰਦੇ ਵਿੱਚ ਵਾਹਿਗੁਰੂ ਸੰਬੰਧੀ ਪ੍ਰੇਮ ਉਤਪੰਨ ਨਾ ਹੋਵੇ, ਤਦ ਤੱਕ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਪ੍ਰੇਮ ਤੋਂ ਬਿਨਾਂ ਪ੍ਰਮਾਤਮਾ ਦੇ ਮਿਲਣ ਦੀਆਂ ਸਾਰੀਆਂ ਕਾਖਿਆਵਾਂ ਅਤੇ ਯੋਗ ਦੀਆਂ ਸਾਰੀਆਂ ਪ੍ਰਕਿਰਿਆਵਾਂ ਅਤੇ ਉਹਨਾਂ ਦੀਆਂ ਅੱਡ ਅੱਡ ਤਰ੍ਹਾਂ ਦੀਆਂ ਵਿਧੀਆਂ ਵਿਅਰਥ ਅਤੇ ਨਿਸਫਲ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਬੜੇ ਖੁੱਲ੍ਹੇ ਵਾਕਾਂ ਵਿੱਚ ਕਿਹਾ, ਸੱਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੋ ਕਦੀ ਯੋਗ ਦੀਆਂ ਕਿਰਿਆਵਾਂ ਕਰਕੇ ਵੀ ਪ੍ਰੇਮ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਹੈ ਤਾਂ ਗੁਰੂ ਗਿਆਨ ਦੀ ਸ਼ਰਨ ਲੈਣਾ ਹੀ ਸਰਵਥਾ ਗੁਣਕਾਰੀ ਅਤੇ ਸੁਖਦਾਈ ਹੈ। ਵਾਧੂ ਝੁਮੇਲਿਆਂ ਵਿੱਚ ਪੈਣ ਦੀ ਕੀ ਲੋੜ ਹੈ। ਮੇਰੇ ਗੁਰੂ ਦੇ ਸਿੱਖ ਦੀ ਸ਼ਾਨ ਨਿਰਾਲੀ ਹੈ। ਸਰੀਰ ਨੂੰ ਇੱਕ ਅਜਿਹਾ ਘੋੜਾ ਸਮਝਦਾ ਹੈ ਜਿਸ 'ਤੇ ਸਵਾਰ ਹੋ ਕੇ ਸੰਸਾਰ ਯਾਤਰਾ ਸਮਾਪਤ ਕਰਨੀ ਹੈ। ਜੋ ਘੋੜਾ ਦੁਬਲਾ ਪਤਲਾ ਜਾਂ ਰੋਗੀ ਹੋਵੇਗਾ ਤਦ ਯਾਤਰਾ ਕਸ਼ਟਾਂ ਨਾਲ ਹੋਵੇਗੀ। ਜੋ ਘੋੜਾ ਰੋਗ ਅਤੇ ਸਰੀਰ ਕਰਕੇ ਤਕੜਾ ਹੋਵੇਗਾ ਤਦ ਯਾਤਰਾ ਸੁਖੈਨਤਾ ਨਾਲ ਮੁੱਕੇਗੀ। ਇਸ ਖਿਆਲ ਨੂੰ ਲੈ ਕੇ ਗੁਰੂ ਦਾ ਅੱਕਾ ਸਿੱਖ ਇਸ ਸਰੀਰ ਦੀ ਪਾਲਣਾ ਕਰਦਾ ਹੈ, ਪਰ ਘੋੜੇ ਦੀ ਪਾਲਣਾ ਹੀ ਆਪਣਾ ਮੰਤਵ ਨਹੀਂ ਬਣਾ ਲੈਂਦਾ। ਸਿੱਖ ਸਰੀਰ ਨੂੰ ਨਾਸ਼ਵੰਤ ਜਾਣਦਾ ਹੈ, ਇਸ ਕਰਕੇ ਸਮਝਦਾ ਹੈ ਕਿ ਇਸ ਪਾਸੋਂ ਜਿੰਨਾ ਚੰਗੇ ਤੋਂ ਚੰਗਾ ਵਧੀਕ ਤੋਂ ਵਧੀਕ ਕੰਮ ਲੈ ਲਿਆ ਜਾਵੇ ਓਨਾ ਹੀ ਲਾਇਆ। ਇਸ ਕਰਕੇ ਗੁਰੂ ਕਾ ਸਿੱਖ ਕਦੇ ਬੇਕਾਰ ਨਹੀਂ ਰਹਿੰਦਾ। ਹੱਥ ਉਹਦੇ ਕਾਰ ਅਤੇ ਉਪਕਾਰ ਵੱਲ ਲੱਗੇ ਰਹਿੰਦੇ ਹਨ ਅਤੇ ਜੀਵਾ ਵਾਹਿਗੁਰੂ ਦੇ ਸਿਮਰਨ ਵਿੱਚ। ਪੰਜਾਬ ਵਿੱਚ ਕਈ ਅਜੇ ਡੇਰੇ ਮੇਰੇ ਵੇਖਣ ਵਿੱਚ ਆਏ ਜਿਨ੍ਹਾਂ ਦੀ ਆਮਦਨ ਹਜ਼ਾਰਾਂ ਰੁਪਏ ਵਾਰਸ਼ਿਕ ਸੀ, ਪਰ ਉਹਨਾਂ ਦੇ ਮਨ ਤਾਂ ਆਪਣੀ ਹੱਥੀਂ ਰੱਸੀਆਂ ਵੱਟ ਕੇ ਉਹ ਪੂਰਨਾ ਕਰਦੇ ਹਨ। ਰਾਤ ਦੇ ਪਿਛਲੇ ਪਹਿਰ ਦੀ ਨੀਂਦਰ ਗੁਰੂ ਦੇ ਸਿੱਖ ਵਾਸਤੇ ਹਰਾਮ ਸਮਝਦੇ ਹਨ। ਜਦ ਕਿ ਦੁਨੀਆ ਸੁੱਤੀ ਘਰਾੜੇ ਮਾਰਦੀ ਹੈ, ਗੁਰੂ ਦਾ ਸਿੱਖ ਜਾਗਦਾ ਹੈ। ਸ਼ੌਚ ਦਾਤਨ ਅਤੇ ਇਸ਼ਨਾਨ ਕਰਕੇ ਗ੍ਰਹਿ ਨੂੰ ਬੰਦ ਸੰਸਰ ਕਰਕੇ ਵਾਹਿਗੁਰੂ ਪ੍ਰੀਤ ਤਾਰ ਵਿੱਚ ਆਪਣੇ ਆਪ ਨੂੰ ਪਰੋ ਲੈਂਦਾ ਹੈ। ਦਿਨ ਚੜ੍ਹਦਾ ਹੈ, ਸੰਸਾਰ ਦੇ ਕਾਰ ਵਿਹਾਰ ਸ਼ੁਰੂ ਕਰ ਦਿੰਦਾ ਹੈ। ਇਹ ਹਲਦੀ ਹੱਥੀ ਮੁੰਨਾ ਫੜ ਕੇ ਟੁਰਦਾ ਮੁਖ ਤੋਂ ਪੜ੍ਹਦਾ ਦਿਸਦਾ ਹੈ। ਜੇ ਪ੍ਰਸਾਦ ਛਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ ਮਾਏ। ਸਿੱਖ ਹੱਟੀ ਅਤੇ ਤੱਕੜੀ ਹੱਥ ਵਿੱਚ ਹੈ, ਇੱਕ ਪਲੜੇ ਵਿੱਚ ਵਸਤ ਹੈ ਅਤੇ ਦੂਜੇ 'ਤੇ ਵੱਟੇ ਹਨ। 1 2 8 10 12 13 13 13 ਮੈਂ ਤੇਰਾ ਕਹਿੰਦਾ ਕਿਸੇ ਰੰਗ ਵਿੱਚ ਆਪਣਾ ਆਪ ਵਿਸਾਰ ਦਿੰਦਾ ਹੈ। ਸਿੱਖ ਨੌਕਰ ਹੈ, ਸਰੀਰ ਨਾਲ ਮਾਲਕ ਦੀ ਚਾਕਰੀ ਕਰ ਰਿਹਾ ਹੈ ਅਤੇ ਦਿਲ ਕਰਕੇ ਵਾਹਿਗੁਰੂ ਨਾਲ ਜੁੜ ਰਿਹਾ ਹੈ। ਮੇਰੇ ਗੁਰੂ ਦੇ ਸਿੱਖ ਦੀ ਸ਼ਾਨ ਨਿਰਾਲੀ ਹੈ। ਸਰੀਰ ਨੂੰ ਰੱਬ ਜਾਣਦਾ ਹੈ ਅਤੇ ਆਤਮਾ ਨੂੰ ਰਥਮਾਨ ਸਮਝਦਾ ਹੈ। ਰੱਬ ਹੀ ਉਹਨੇ ਦੀ ਦੇਖ ਰੇਖ ਕਰਦਾ ਹੈ ਜਿਸ ਨਾਲ ਰੱਬ ਬੰਨਿਆ ਰਹੇ, ਇਹ ਕੰਮ ਦਿੰਦਾ ਰਹੇ ਅਤੇ ਇਸ ਸੰਸਾਰ ਯਾਤਰਾ ਨੂੰ ਚੰਗੀ ਤਰ੍ਹਾਂ ਸਫਲ ਕਰ ਸਕੇ। ਮੇਰੇ ਗੁਰੂ ਦਾ ਸਿੱਖ ਇਸਤਰੀ ਧੀਆਂ ਪੁੱਤਰਾਂ ਵਿੱਚ ਬੈਠਾ ਬਿਰਕਤ ਹੈ, ਕਾਰ ਵਿਹਾਰ ਕਰਦਾ ਤਿਆਗੀ ਹੈ, ਹੱਥ ਵਿੱਚ ਤਲਵਾਰ ਫੜੀ ਹੈ, ਜਾਬਰਾਂ ਅਤੇ ਜ਼ਾਲਮਾਂ ਦੇ ਹੱਥੋਂ ਅਨਾਥਾਂ ਦੇ ਨਿਆਸਰਿਆਂ ਦੀ ਰੱਖਿਆ ਕਰਦਾ, ਖੂਨ ਦੀ ਨਦੀ ਵਗਾਉਂਦਾ ਹੋਇਆ ਵੀ ਅਹਿੰਸਕ ਹੈ, ਤਲਵਾਰ ਚਲਾ ਰਿਹਾ ਹੈ, ਵਿਰਤੀ ਵਾਹਿਗੁਰੂ ਵਿੱਚ ਜੁੜੀ ਹੋਈ ਹੈ, ਸਿਰ ਕੱਟ ਗਿਆ ਹੈ, ਸਿਰ ਤਲੀ 'ਤੇ ਰੱਖ ਤੇਗ ਚਲਾ ਰਿਹਾ ਹੈ, ਪਰ ਸਮਾਧੀ ਅਖੰਡਕਾਰ ਹੈ। ਇਹਦੀ ਤਲਵਾਰ ਨੂੰ ਤਲਵਾਰ ਕਹਿਣਾ ਭੁੱਲ ਹੈ। ਅਨਿਆਏ ਕਰਨ ਵਾਲਿਆਂ ਦੇ ਵਾਰ ਰੋਕਣੇ ਵਾਸਤੇ ਤਾਂ ਇਹ ਢਾਲ ਹੈ। ਇਸ ਕਰਕੇ ਇਹੀ ਤਲਵਾਰ ਦੀ ਚਮਕ ਵਿੱਚ ਪਿਆਰ ਲਿਸ਼ਕਾ ਮਾਰਦਾ ਹੈ ਅਤੇ ਖੂਨ ਨਾਲ ਲਿਬੜੀ ਵਿੱਚੋਂ ਹਮਦਰਦੀ ਦੀ ਆਵਾ ਝਲਕਦੀ ਹੈ। ਮੇਰੇ ਗੁਰੂ ਦਾ ਸਿੱਖ ਧਰਮਵੀਰ ਹੈ, ਕਿਉਂਕਿ ਧਰਮ ਨਹੀਂ ਹਾਰਦਾ ਅਤੇ ਧਰਮ ਦੀ ਹਾਨੀ ਨਹੀਂ ਸਹਾਰਦਾ। ਕਰਮਵੀਰ ਹੈ, ਕਿਉਂਕਿ ਇਹਦਾ ਜੀਵਨ ਧਰਮ ਉਪਕਾਰ ਹੈ। ਜਿੰਨਾ ਹੀ ਕੋਈ ਸਿੱਖ ਆਤਮ ਗਿਆਨ ਵਿੱਚ ਉੱਚਾ ਹੈ, ਓਨਾ ਹੀ ਉਹ ਉਪਕਾਰ ਵਿੱਚ ਉੱਚਾ ਹੈ। ਮੇਰੇ ਗੁਰੂ ਦਾ ਸਿੱਖ ਸ਼ਹੀਦ ਹੈ, ਕਿਉਂਕਿ ਉਹ ਖਾਂਦਾ ਹੈ ਦੂਜਿਆਂ ਲਈ, ਪਹਿਨਦਾ ਹੈ ਦੂਜਿਆਂ ਲਈ, ਜਿਉਂਦਾ ਹੈ ਦੂਜਿਆਂ ਲਈ ਅਤੇ ਮਰਦਾ ਹੈ ਦੂਜਿਆਂ ਲਈ। ਇਸ ਨੇ ਤਾਂ ਪ੍ਰੀਤਮ ਦੀ ਗਲੀ ਵਿੱਚ ਕਦਮ ਰੱਖਦਿਆਂ ਹੀ ਆਪਣਾ ਅਸੀਸ ਗੁਰੂ ਦੀ ਭੇਟ ਕਰ ਦਿੱਤਾ ਹੈ। ਕੋਈ ਚੀਜ਼ ਅਜਿਹੀ ਨਹੀਂ ਰਹਿਣ ਦਿੱਤੀ ਜਿਸ ਨੂੰ ਮੇਰੀ ਕਹਿ ਸਕੇ, ਤਾਂ ਹਰ ਚੀਜ਼ ਨੂੰ ਗੁਰੂ ਦੀ ਅਮਾਨਤ ਸਮਝ ਕੇ ਹਰ ਵੇਲੇ ਗੁਰੂ ਦੇ ਹੁਕਮ ਵਿੱਚ ਵਰਤਦਾ ਹੋਇਆ ਕਹਿੰਦਾ ਹੈ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਮੇਰੇ ਗੁਰੂ ਦੇ ਆਤਮ ਵੇਤਾ ਸਿੱਖ ਦਾ ਕਰਤੱਵ ਇਹ ਹੈ ਕਿ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਉਸ ਯੋਗ ਦੇ ਸਾਧਨ ਜਿਨ੍ਹਾਂ ਦੀ ਵਰਤੋਂ ਕਰਨ 'ਤੇ ਕਦਮ ਕਦਮ 'ਤੇ ਬਿਮਾਰੀਆਂ ਦਾ ਪੱਲਾ ਫੜੀ ਰੱਖਦਾ ਹੈ, ਵੱਲ ਮੂੰਹ ਕਰਨ ਦੀ ਲੋੜ ਹੀ ਕੀ ਹੋਈ। ਫਿਰ ਇਸ ਸਮੇਂ ਵਿੱਚ ਜਦ ਕਿ ਮਨੁੱਖੀ ਸਰੀਰਾਂ ਵਿੱਚ ਨਾ ਪਹਿਲੇ ਵਰਗੀ ਕ੍ਰਾਂਤੀ ਰਹੀ ਨਾ ਬਲ, ਇਹੋ ਜਿਹੀਆਂ ਕਿਰਿਆਵਾਂ ਕੌਣ ਕਰੇਗਾ, ਕੋਈ ਕਰੇ ਵੀ ਕਿਉਂ। ਜੇ ਸਰੀਰ ਨੂੰ ਅਨੇਕਾਂ ਤਰ੍ਹਾਂ ਦੇ ਕਸ਼ਟਾਂ ਵਿੱਚ ਦੀ ਕੱਢ ਕੇ ਅਤੇ ਇੱਕ ਬੜਾ ਲੰਮਾ ਸਫ਼ਰ ਕਰਨ ਮਗਰੋਂ ਵੀ ਪ੍ਰੇਮ ਮਾਰਗ ਦੀ ਸ਼ਰਨ ਲੈਣੀ ਹੈ ਤਾਂ ਪਹਿਲਾਂ ਹੀ ਗੁਰਸਿੱਖੀ ਧਾਰਨ ਕਿਉਂ ਨਾ ਕੀਤੀ ਜਾਏ ਜਿੱਥੇ ਪ੍ਰੇਮ ਦਾ ਮਾਰਗ ਹੈ। ਜਪ ਤਪ ਸੰਜਮ ਹਰਖ ਸੁਖ, ਮਾਨ ਮਹੱਤਵ ਅਰ ਗਰਬ, ਮੂਸਨ ਨਿਮਕ ਪ੍ਰੇਮ ਹਰ, ਵਾਰ ਵਾਰ ਦਿਓ ਸਰਬ। ਯੋਗ ਮਨੁੱਖ ਨੂੰ ਫਰਜ਼ ਤੇ ਲੋਕਾਂ ਦੇ ਸਾਹਮਣੇ ਉੱਤਰ ਦਾਤਾ ਹੋਣ ਤੋਂ ਵੱਡਾ ਦਿੰਦਾ ਹੈ ਅਤੇ ਇਸ ਦੇ ਸਾਧਨ ਕਰਨ ਵਾਲਾ ਆਪਣੇ ਸਮਾਜ ਤੋਂ ਅੱਡ ਹੋ ਕੇ ਬੈਠਦਾ, ਘਰ-ਬਾਰ ਛੱਡ ਦਿੰਦਾ ਹੈ। ਗੁਰੂ ਮਾਰਗ 'ਤੇ ਚੱਲਣ ਨਾਲ ਗ੍ਰਸਤ ਦਾ ਸੰਬੰਧ ਬਣਿਆ ਰਹੇਗਾ, ਸਮਾਜ ਦੀ ਜਥੇਬੰਦੀ ਵਿੱਚ ਰਹੋਗੇ, ਕਰਤੱਵ ਦੀ ਪਾਲਣਾ ਹੁੰਦੀ ਰਹੇਗੀ ਅਤੇ ਆਦਮੀ ਆਪਣੇ ਆਪ ਨੂੰ ਉੱਤਰਦਾਤਾ ਸਮਝ ਕੇ ਨਿਯਮ ਪਾਲਣਾ ਕਰਦਾ ਰਹੇਗਾ। ਯੋਗ ਦੇ ਸਾਧਨ ਕਰਨ ਲੱਗਿਆਂ ਸਰੀਰ ਦਾ ਬਲ ਅਤੇ ਬੁੱਧੀ ਮਤਾ ਦੇਸ਼ ਅਤੇ ਕੌਮ ਦੇ ਭਲੇ ਲਈ ਨਹੀਂ ਵਰਤੀ ਜਾਵੇਗੀ, ਪਰ ਗੁਰੂ ਦਾ ਸਿੱਖ ਆਪਣਾ ਅਤੇ ਸੰਸਾਰ ਦਾ ਭਲਾ ਕਰਕੇ ਸਰੀਰ ਨੂੰ ਦੀ ਸਫਲਤਾ ਪ੍ਰਾਪਤ ਕਰ ਲਏਗਾ। ਸ਼੍ਰੀ ਗੁਰੂ ਜੀ ਨੇ ਸਿੱਖੀ ਦੀ ਸਾਰੀ ਰਹੁ ਰੀਤ ਅਤੇ ਪਰਮਾਰਥ ਸੰਬੰਧੀ ਸਾਰੀ ਸਿੱਖਿਆ ਇੱਕ ਤੁਕ ਵਿੱਚ ਦੱਸ ਦਿੱਤੀ ਹੈ। ਗੁਰਮੁਖ ਨਾਮ ਦਾਨ ਇਸਨਾਨ, ਜਿਸ ਮਨੁੱਖ ਨੂੰ
ਗੁਰੂ ਨੂੰ ਆਪਣਾ ਮਨੁੱਖ ਬਣਾਇਆ, ਗੁਰੂ ਦੀ ਦੱਸੀ ਕਰਨੀ ਨੂੰ ਆਪਣਾ ਕਰਤੱਵ ਸਮਝ ਲਿਆ। ਉਸ ਨੂੰ 3 ਗੱਲਾਂ ਕਦੇ ਨਹੀਂ ਭੁੱਲਣੀਆਂ: ਨਾਮ, ਦਾਨ ਤੇ ਇਸ਼ਨਾਨ। ਗੁਰਸਿੱਖਾਂ ਦੇ ਕਰਨ ਦਾ ਪਹਿਲਾ ਕੰਮ ਹੈ ਇਸ਼ਨਾਨ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਇਸ਼ਨਾਨ 3 ਤਰ੍ਹਾਂ ਦਾ ਹੁੰਦਾ, ਪਹਿਲਾ ਸਰੀਰਕ, ਦੂਜਾ ਮਨ ਦਾ ਅਤੇ ਤੀਜਾ ਆਤਮਿਕ। ਸਰੀਰਕ ਜਿਹੜਾ ਇਸ਼ਨਾਨ ਹੁੰਦਾ ਉਹ ਕਹਿੰਦਾ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਸੁਚੇਤ ਹੋ ਕੇ ਇਸ਼ਨਾਨ ਕਰੇ। ਇਸ਼ਨਾਨ ਲਈ ਤਲਾਅ ਨਾਲੋਂ ਖੂਹ ਦਾ ਅਤੇ ਖੂਹ ਨਾਲੋਂ ਦਰਿਆ ਦਾ ਪਾਣੀ ਚੰਗਾ ਹੁੰਦਾ ਹੈ। ਆਜੂ ਅਤੇ ਸਰੀਰਕ ਹਾਲਾਤ ਵੇਖ ਕੇ ਠੰਡੇ ਤਾਜ਼ਾ ਗਰਮ ਜਲ ਨਾਲ ਇਸ਼ਨਾਨ ਕਰੇ। ਇਸ਼ਨਾਨ ਕਰਨ ਨਾਲ ਆਲਸ ਦੂਰ ਹੁੰਦਾ ਹੈ, ਸਰੀਰ ਅਰੋਗ ਰਹੇਗਾ ਅਤੇ ਮਨ ਉੱਤੇ ਸ਼ਾਂਤੀ ਦਾ ਪ੍ਰਭਾਵ ਰਹੇਗਾ। ਸਰੀਰ ਵਾਂਗ ਬਸਤਰ ਵੀ ਸਵੱਛ ਰੱਖੋ। ਗਰਮੀ ਸਰਦੀ ਦੇ ਮੌਸਮ ਦੇ ਲਿਹਾਜ਼ ਨਾਲ ਬਸਤਰ ਧਾਰਨ ਕਰੋ। ਸਰੀਰ ਨੂੰ ਗਰਮੀ ਸਰਦੀ ਤੋਂ ਬਚਾਓ, ਕਿਸੇ ਪ੍ਰਕਾਰ ਦਾ ਹੱਠ ਨਹੀਂ ਕਰਨਾ। ਮਨ ਦਾ ਇਸ਼ਨਾਨ ਕੀ ਹੁੰਦਾ ਹੈ? ਮਨ ਦੀਆਂ ਮੈਲ, ਬੁਰੀਆਂ ਵਾਸਨਾ ਅਤੇ ਮੰਦੇ ਵਿਕਾਰ ਹਨ। ਸੋ ਇੱਥੋਂ ਤੱਕ ਹੋ ਸਕੇ ਪਰ ਨਿੰਦਾ ਦਾ ਤਿਆਗ ਕਰੋ, ਕਿਸੇ ਦਾ ਬੁਰਾ ਨਾ ਚਿਤਵੋ। ਮਨ ਰੂਪੀ ਪਸ਼ੂ ਪਰ ਧਨ ਅਤੇ ਪਰਾਈ ਇਸਤਰੀ ਰੂਪੀ ਹਰਿਆਵਲ ਨੂੰ ਵੇਖ ਉਹਦੇ ਮਗਰ ਲੱਗਦਾ ਤੁਰਦਾ ਹੈ। ਵਿਰਾਗ ਦੀ ਲੱਕੜ ਇਹਦੇ ਗਲੇ ਵਿੱਚ ਬੰਨ੍ਹੀ ਦੇਈਦੀ ਹੈ। ਮਨ ਦੀਆਂ ਬਿਰਤੀਆਂ ਖਿੰਡੀਆਂ ਰਹਿੰਦੀਆਂ ਹਨ, ਉਹਨਾਂ ਨੂੰ ਇਕਾਗਰ ਕਰਨ ਮਨ ਦਾ ਇਸ਼ਨਾਨ ਹੈ। ਆਤਮ ਇਸ਼ਨਾਨ ਕੀ ਹੈ? ਗੁਰੂ ਜੀ ਨੇ ਫਰਮਾਇਆ ਹੈ ਕਿ ਨਾਨਕ ਮੇਰੇ ਸਰੀਰ ਕਾ ਇੱਕ ਰਥ ਇੱਕ ਰਥਵਾ। ਜਿਸ ਤਰ੍ਹਾਂ ਇੱਕ ਘੋੜਾ ਹੈ ਅਤੇ ਘੋੜ ਸਵਾਰ ਹੈ, ਘੋੜਾ ਹੋਰ ਹੈ ਅਤੇ ਸਵਾਰ ਹੋਰ ਹੈ। ਘੋੜਾ ਅਤੇ ਸਵਾਰ ਇੱਕ ਨਹੀਂ, 2 ਵੱਖ-ਵੱਖ ਜੀ ਹਨ। ਇਸੇ ਤਰ੍ਹਾਂ ਸਰੀਰ ਰਥ ਹੈ ਅਤੇ ਆਤਮਾ ਹੈ ਇਹਦਾ ਰਥਵਾਨ ਹੈ। ਆਤਮਾ ਨੂੰ ਇਸ ਗੱਲ ਦੀ ਦ੍ਰਿੜਤਾ ਹੋਣੀ ਚਾਹੀਦੀ ਹੈ ਕਿ ਮੈਂ ਸਰੀਰ ਤੋਂ ਅੱਡ ਚੀਜ਼ ਹਾਂ। ਮੈਂ ਬੁੱਧ ਨਹੀਂ ਹਾਂ, ਮੈਂ ਚਿੱਤ ਨਹੀਂ ਹਾਂ, ਮੈਂ ਮਨ ਨਹੀਂ ਹਾਂ, ਇਹਨਾਂ ਸਾਰਿਆਂ ਤੋਂ ਵੱਖਰਾ ਹਾਂ, ਸਾਖੀ ਰੂਪ ਹਾਂ। ਮੈਂ ਇਹਨਾਂ ਸਾਰਿਆਂ ਨੂੰ ਸੱਤਿਆ ਦੇਣ ਵਾਲਾ ਹਾਂ। ਮੈਂ ਤਾਂ ਜੋਤੀ ਸਰੂਪ ਹਾਂ, ਰਾਮ ਦੀ ਅੰਸ਼ ਹਾਂ। ਇੰਝ ਆਪਣੇ ਆਪ ਨੂੰ ਦੈਤਰ ਭਾਵ ਵਿੱਚ ਕੱਢ ਹੋ ਕੇ ਮਾਇਆ ਤੋਂ ਲੋਪ ਹੋਣਾ ਆਤਮਿਕ ਇਸ਼ਨਾਨ ਹੈ। ਦਾਨ ਵੀ ਇੱਕ ਤਰ੍ਹਾਂ ਦਾ ਹੈ, ਸਰੀਰ, ਮਨ ਅਤੇ ਆਤਮਿਕ ਕਰਕੇ। ਸਰੀਰ ਦਾ ਦਾਨ ਕੀ ਹੈ? ਸਤਸੰਗ ਵਿੱਚ ਜਾ ਕੇ ਰਾਹ ਜਾਂਦੇ ਮੁਸਾਫਰ ਅਤੇ ਪਿਆਸਿਆਂ ਨੂੰ ਜਲ ਪਿਲਾਉਣਾ, ਪ੍ਰਸ਼ਾਦ ਛਕਾਉਣਾ, ਪੱਖਾ ਕਰਨਾ, ਝਾੜੂ ਦੇਣਾ, ਰੋਗੀਆਂ, ਬਿਰਧਾਂ, ਯਤੀਮਾਂ, ਅਨਾਥਾਂ, ਵਿਧਵਾ ਇਸਤਰੀਆਂ ਦੀ ਸਾਰ ਲੈਣੀ, ਕੱਪੜਾ, ਰੋਟੀ ਆਦਿਕ ਦੇਣਾ ਸਰੀਰ ਦਾ ਦਾਨ ਹੈ। ਮਨ ਦਾ ਦਾਨ ਕੀ ਹੈ? ਮਨ ਦਾ ਦਾਨ ਜੀਵ ਮਾਤਰ ਦਾ ਭਲਾ ਚਿਤਵਨਾ, ਬੁਰੇ ਨਾਲ ਵੀ ਭਲਾਈ ਕਰਨੀ, ਕੁਟਲਾਂ ਹਸਿਆਰਿਆਂ ਨੂੰ ਵੇਖ ਕੇ ਉਹਨਾਂ ਦੀ ਭਲਾਈ ਲਈ ਅਰਦਾਸ ਕਰਨੀ। ਸਾਰਿਆਂ ਦਾਨਾਂ ਨਾਲੋਂ ਵੱਡਾ ਦਾਨ ਵਿਦਿਆ ਅਤੇ ਉਸ ਤੋਂ ਵੀ ਵੱਡਾ ਦਾਨ ਆਤਮ ਵਿਦਿਆ ਵਿੱਚ ਲਗਾ ਦੇਣਾ ਹੈ। ਅੰਨ, ਕੱਪੜਾ ਆਦਿਕ ਦਾਨ ਖੁੱਟ ਜਾਂਦੇ ਹਨ, ਪਰ ਆਤਮ ਵਿਦਿਆ ਦਾ ਦਾਨ ਨਿਖੁੱਟ ਹੈ। ਇਹ ਮੁਕਤ ਪਦ ਦਾ ਦਾਤਾ ਹੈ, ਇਸ ਕਰਕੇ ਸਭ ਦਾਨਾਂ ਤੋਂ ਵਿਸ਼ੇਸ਼ ਹੈ। ਇਹਦੇ ਨਾਲ ਦਾ ਕੋਈ ਹੋਰ ਵੀ ਦਾਨ ਨਹੀਂ ਹੈ। ਆਤਮ ਦਾਨ। ਨਿਰਛਿਤ ਹੋ ਸੰਸਾਰ ਦੇ ਭਲੇ ਲਈ। ਤਨ, ਧਨ, ਐਸ਼ਵਰਿਆ, ਪ੍ਰਤਾਪ ਸਾਰੀਆਂ ਚੀਜ਼ਾਂ ਵੱਲੋਂ ਬੇਪਰਵਾਹ ਹੋ। ਜਿਸ ਚੀਜ਼ ਦੇ ਦਿੱਤਿਆਂ ਕਿਸੇ ਦਾ ਭਾਰ ਹੌਲਾ ਹੋਵੇ, ਦੁੱਖ ਤੇ ਤਕਲੀਫ ਘਟੇ, ਸੁੱਖ ਤੇ ਆਨੰਦ ਵਧੇ, ਉਸੇ ਚੀਜ਼ ਦਾ ਦੇ ਦੇਣਾ। ਇਹਨਾਂ ਚੀਜ਼ਾਂ ਦਾ ਦਿਨ ਲੱਗਿਆ ਹੰਕਤਾ ਤੇ ਮਮਤਾ ਵਿੱਚ ਨਾ ਲਿਆਉਣੀ। ਤੇਰਾ ਕੀਆ ਤੁਝੇ ਕਿਆ ਅਰਪੋ, ਦੇ ਭਵੇ ਹਿਰਦੇ ਵਿੱਚ ਰੱਖਣੇ ਆਤਮਦਾਨ ਅਖਵਾਉਂਦਾ ਹੈ। ਨਾਮ। ਵਾਹਿਗੁਰੂ ਪਿਆਰ ਹੈ ਅਤੇ ਪਿਆਰ ਸਰੂਪ ਹੈ ਕਿ ਜਤਰ ਤਤਰ ਦਿਸ ਵਿਸਥਾਰ ਵਿੱਚ ਅਨੁਰਾਗ ਹੋ ਕੇ ਫੈਲ ਰਿਹਾ ਹੈ। ਉਸੇ ਦੀ ਪ੍ਰਾਪਤੀ ਵਿੱਚ ਸੁੱਖ, ਆਨੰਦ ਅਤੇ ਕਲਿਆਣ ਹੈ, ਪਰ ਉਹ ਹੈ ਅਦ੍ਰਿਸ਼ਟ, ਅਗਮ ਅਤੇ ਅਗੋਚਰ। ਉਹਦੀ ਪ੍ਰਾਪਤੀ ਕਿਵੇਂ ਹੋਵੇ? ਹਿੰਦੂ ਸ਼ਾਸਤਰਕਾਰਾਂ ਨੇ ਉਸ ਦੀ ਪ੍ਰਾਪਤੀ ਦਾ ਢੰਗ ਯੋਗ ਦੱਸਿਆ ਹੈ। ਗੁਰੂ ਜੀ ਉਹਦੀ ਪ੍ਰਾਪਤੀ ਦਾ ਇੱਕਮਾਤਰ ਸਾਧਨ ਨਾਮ ਜਾਪ ਦੱਸਦੇ ਹਨ। ਗੁਰੂ ਜੀ ਦਾ ਦੱਸਿਆ ਇਹ ਰਾਹ ਨਿਸਕੰਟਕ, ਨਿਡਰਤਾ ਅਤੇ ਨਿਸ਼ਚਿੰਤਤਾ ਦਾ ਗਾੜੀ ਰਾਹ ਹੈ। ਇਸ ਮਾਰਗ 'ਤੇ ਤੁਰਨ ਵਾਲਾ ਨਿਰਸੰਦੇਹ ਧੋ ਤੱਤ ਵਸਤੂ ਦੀ ਪ੍ਰਾਪਤੀ ਕਰਦਾ ਹੈ। ਨਾਮਾਂ ਵਿੱਚੋਂ ਸਿੱਧ ਨਾਮ ਵਾਹਿਗੁਰੂ ਹੈ। ਇਹ ਧਾਰਕ ਮੰਤਰ ਹੈ, ਸਿੱਧ ਹੈ ਅਤੇ ਇਹਦੇ ਵਿੱਚ ਬੇਅੰਤ ਸ਼ਕਤੀ ਹੈ। ਨਾਮ ਜਪਣ ਦਾ ਢੰਗ ਇਹ ਹੈ ਕਿ ਉੱਠਦੇ ਬੈਠਦੇ, ਤੁਰਦੇ ਫਿਰਦੇ, ਖਾਂਦੇ ਪੀਂਦੇ ਜ਼ੁਬਾਨ ਨਾਲ ਵਾਹਿਗੁਰੂ ਸ਼ਬਦ ਦਾ ਉਚਾਰਨ ਹੁੰਦਾ ਰਹੇ। ਪਹਿਲੋਂ ਇਹਦੇ ਵਾਸਤੇ ਯਤਨ ਕਰਨਾ ਪਏਗਾ, ਪਰ ਫਿਰ ਇਹ ਜ਼ੁਬਾਨ 'ਤੇ ਸੁਭਾਵਿਕ ਹੋ ਜਾਵੇਗਾ, ਅਰਥਾਤ ਆਪਣੇ ਆਪ ਇਸ ਨਾਮ ਦਾ ਰਟਨ ਹੋਣ ਲੱਗ ਜਾਏਗਾ। ਇਹ ਅਵਸਥਾ ਜੱਪਾ ਜਾਪ ਅਖਾਉਂਦੀ ਹੈ। ਜਿਉਂ-ਜਿਉਂ ਨਾਮ ਅਭਿਆਸ ਵੱਧਦਾ ਜਾਂਦਾ ਹੈ, ਤਿਉਂ-ਤਿਉਂ ਬੁੱਧੀ ਆਤਮ ਬੇਚੈਨੀ ਹੁੰਦੀ ਜਾਂਦੀ ਹੈ। ਮਨ ਵਿੱਚ ਸਫਾਈ ਅਤੇ ਇਕਾਗਰਤਾ ਆਉਂਦੀ ਜਾਂਦੀ ਹੈ ਅਤੇ ਅੰਤ ਨੂੰ ਨਾਮ ਨਾਮੀ ਤੱਕ ਪਹੁੰਚਾ ਦਿੰਦੀ ਹੈ। ਜਿਸ ਤਰ੍ਹਾਂ ਸੋਮੇ ਦੇ ਪਾਣੀ ਵਿੱਚ ਲੱਗੀ ਨਾਲੀ ਦੇ ਨਾਲ ਜੁੜਿਆ ਚੁਬੱਚਾ ਆਪਣੇ ਅੰਦਰ ਸ਼ੁੱਧ, ਸਾਫ਼ ਅਤੇ ਸੁਥਰਾ ਪਾਣੀ ਰੱਖਦਾ, ਤਿਵੇਂ ਵਾਹਿਗੁਰੂ ਨਾਲ ਜੁੜੇ ਮਨ ਵਿੱਚ ਉਹ ਸਾਰੀਆਂ ਸਿੱਧੀਆਂ ਅਤੇ ਸ਼ਕਤੀਆਂ ਸੁੱਤੇ ਹੀ ਆ ਜਾਂਦੀਆਂ ਜਿਹੜੀਆਂ ਕਿ ਵਾਹਿਗੁਰੂ ਵਿੱਚ ਹਨ। ਨਾਮ ਜਪਣ ਵਾਲਾ ਮਨ ਤੋਂ ਈਸ਼ਵਰ ਨਾਲ ਅਤੇ ਤਨ ਤੋਂ ਸੰਸਾਰ ਵਿੱਚ ਰਹਿੰਦਾ ਅਤੇ ਈਸ਼ਵਰ ਨਾਲ ਜੋੜ ਹੋਣ 'ਤੇ ਸ਼ਕਤੀ ਸੰਪੰਨ ਹੁੰਦਾ ਹੈ। ਜਿਸ ਵੇਲੇ ਨਾਮ ਸਿਮਰਨ ਲਈ ਬੈਠੋ, ਆਪਣੇ ਆਪ ਨੂੰ ਵਾਹਿਗੁਰੂ ਦੀ ਹਜ਼ੂਰੀ ਵਿੱਚ ਬੈਠਾ ਸਮਝੋ। ਵਾਹਿਗੁਰੂ ਦੇ ਪ੍ਰੇਮ ਵਿੱਚ ਦ੍ਰਵੀਭੂਤ ਹੋ ਕੇ ਇੱਕ ਵਾਹਿਗੁਰੂ ਦੇ ਅੰਦਰ ਧਾਰਾਵਾਹਕ ਰੂਪ ਨੂੰ ਪ੍ਰਾਪਤ ਹੋਈ ਨਾਮ ਜਾਪ ਵਿੱਚ ਬ੍ਰਿਤੀ ਨਾਲ ਲਗਾ ਦੇਵੋ। ਇਹ ਸ਼੍ਰੇਸ਼ਟ ਜਪ ਹੈ। ਨਾਮ ਜਪ ਹੀ ਇੱਕ ਅਜਿਹਾ ਮਾਰਗ ਹੈ ਜੋ ਜੀਵ ਮਾਤਰ ਲਈ ਸੁਖਦਾਈ ਹੈ। ਇਹਦੇ ਸਾਰੇ ਅਧਿਕਾਰੀ ਨੇ। ਰਾਜਪਥ ਤੇ ਗਾਢੀ ਰਾਹ ਹੈ ਜਿਸ 'ਤੇ ਹਰ ਕੋਈ ਨਿਡਰ ਹੋ ਕੇ ਜਾਂਦਾ ਹੈ। ਨਾਮ ਜਪ ਵਾਹਿਗੁਰੂ ਦੀ ਪ੍ਰਾਪਤੀ ਦਾ ਇੱਕ ਅਜਿਹਾ ਸੁਗਮ ਸਾਧਨ ਹੈ ਕਿ ਜਿਸ ਵਿੱਚ ਕੋਈ ਕਠਿਨਾਈ ਨਹੀਂ, ਕੋਈ ਖਰਚ ਹੀ ਨਹੀਂ, ਕੋਈ ਕਠੋਰ ਨਿਯਮ ਨਹੀਂ, ਨਿਯਮਾਂ ਦੀ ਕੋਈ
ਕਰੜਾਈ ਨਹੀਂ, ਜਿੱਥੇ ਚਾਹੋ ਜਿਸ ਵੇਲੇ ਚਾਹੋ ਜਪ ਜਾ ਸਕਦਾ। ਇਹ ਸਹਿਜ ਦਾ ਮਾਰਗ ਹੈ। ਆਉਂਦੇ ਜਾਂਦੇ, ਉੱਠਦੇ ਬੈਠਦੇ, ਕਰਦੇ ਧਰਦੇ, ਖਾਂਦੇ ਪੀਂਦੇ, ਸੌਂਦੇ ਜਾਗਦੇ ਅਤੇ ਤੁਰਦੇ ਫਿਰਦੇ ਜਪ ਕਰਨ ਵਿੱਚ ਕੋਈ ਰੁਕਾਵਟ ਨਹੀਂ। ਨਾਮ ਦਾ ਉਚਾਰਨ ਕਰਨ ਮਾਤਰ ਬੜਾ ਲਾਭਦਾਇਕ ਹੈ, ਪਰੰਤੂ ਜਿਸ ਵੇਲੇ ਨਾਮ ਜਪੋ ਉਸ ਵੇਲੇ ਵਾਹਿਗੁਰੂ ਦੇ ਗੁਣਾਂ ਦਾ ਧਿਆਨ ਹੋਵੇ, ਉਹਦੀ ਅਪਾਰ ਕਿਰਪਾ ਦਾ ਚਿੰਤਨ ਕਰਕੇ ਗਦਗਦ ਹੋ ਨਾਮ ਉਚਾਰਨ ਕਰਨਾ ਸਾਰਿਆਂ ਤੋਂ ਸ਼੍ਰੇਸ਼ਟ ਹੈ। ਇਸ ਵਾਸਤੇ ਪਰਮਾਰਥ ਦੀ ਸਿੱਧੀ ਲਈ ਨਾਮ ਤੋਂ ਬਿਨਾਂ ਕਿਸੇ ਵੀ ਹੋਰ ਸਾਧਨ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ ਅਤੇ ਨਾ ਹੀ ਕਿਸੇ ਆਦਮੀ ਨੂੰ ਹੋਰ ਸਾਧਨ ਵਿੱਚ ਲਗਨ ਦੀ ਭੁੱਲ ਕਰਨੀ ਚਾਹੀਦੀ ਹੈ। ਗੁਰੂ ਜੀ ਦਾ ਇਹ ਹੁਕਮ ਸੱਤਿਆ ਹੈ। ਅਬ ਕਲੂ ਆਇਓ ਰੇ ਏਕ ਨਾਮ ਬੋਵੈ ਬੋਵੈ ਅਨ ਰੁਤ ਨਾਹੀ ਨਾਹੀ ਮਤ ਭਰਮ ਭੁੱਲੈ। ਉੱਪਰ ਦੱਸਿਆ ਹੈ ਗੁਰੂ ਘਰ ਦੀ ਮਰਿਆਦਾ ਪ੍ਰਵਾਨ ਗ੍ਰਸਤ ਉਦਾਸ ਦੀ ਹੈ। ਇਹੀ ਮਰਿਆਦਾ ਸ੍ਰਿਸ਼ਟੀ ਨਿਯਮਾਂ ਅਨੁਕੂਲ ਹੈ। ਯੋਗੀ ਅਤੇ ਮੇਰੇ ਗੁਰੂ ਦੇ ਸਿੱਖ ਵਿੱਚ ਜਿਹੜਾ ਫਰਕ ਹੈ ਉਹਨੂੰ ਥੋੜ੍ਹੇ ਤੋਂ ਥੋੜ੍ਹੇ ਅੱਖਰਾਂ ਵਿੱਚ ਇਉਂ ਕਿਹਾ ਜਾ ਸਕਦਾ, ਸੰਸਾਰ ਸਾਗਰ ਵਿੱਚ ਆਪਣੇ ਆਪ ਨੂੰ ਬਚਾ ਕੇ ਬਾਹਰ ਕੱਢਣਾ ਯੋਗੀ ਦੇ ਜੀਵਨ ਦਾ ਆਦਰਸ਼ ਹੁੰਦਾ ਹੈ। ਸੰਸਾਰ ਸਾਗਰ ਵਿੱਚ ਡੁੱਬਦਿਆਂ ਅਤੇ ਗੋਤੇ ਖਾਂਦਿਆਂ ਦੀ ਬਾਂਹ ਫੜ ਕੇ ਉਹਨਾਂ ਨੂੰ ਪਾਰ ਲਾਉਣਾ ਅਤੇ ਆਪ ਉਤਰਨਾ, ਇਹ ਮੇਰੇ ਸਤਿਗੁਰ ਦੇ ਸਿੱਖ ਦੀ ਸ਼ਾਨ ਹੈ। ਤਿਨਕਾ ਖਾਦਾ ਪੈਦਾ ਮਾਇਆ ਸਭ ਪਵਤ ਹੈ, ਨਾਮ ਹਰ ਰਾਤੇ ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਤ ਹੈ। ਜਿਨ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਬਰਸਾਤੇ, ਤਿਨਕੇ ਤੁਰੈ ਜੀਨ ਖੁਰਗੀਰ ਸਭ ਪ੍ਰਭੈ ਹਰ, ਤਿਨੀ ਗੁਰਮੁਖ ਸਿੱਖ ਸਾਧ ਸੰਤ ਚੜ੍ਹ ਜਾਤੇ। ਤਿਨਕੇ ਕਰਮ ਧਰਮ ਕਾਰਜ ਸਭ ਪਾਵੈ ਹੈ, ਜੋ ਬੋਲੇ ਹਰ ਹਰ ਨਾਮ ਨਾਮ ਹਰ ਸਾਤੇ। ਜਿਨਕੇ ਪੁੱਤੈ ਪੁੰਨ ਹੈ ਮੈਸ ਗੁਰਸਿੱਖ ਗੁਰ ਰਪੈ ਜਾਤੇ। ਗੁਰੂ ਦੇ ਸਿੱਖ ਦਾ ਜੀਵਨ ਦੂਜਿਆਂ ਦਾ ਦੁੱਖ ਵੰਡਾਉਣਾ ਹੈ। ਉਹ ਕਦੇ ਕਿਸੇ ਰੱਬ ਦੇ ਬੰਦੇ ਜਾਂ ਦੁਖੀ ਲੋੜਵੰਦ ਨੂੰ ਵੇਖਦਾ ਤਾਂ ਉਹਦੇ ਅੰਦਰ ਪਿਆਰ ਦੀ ਝਰਨਾਹਟ ਛਿੜ ਜਾਂਦੀ ਹੈ। ਉਹ ਆਪ ਨੂੰ ਭੁੱਲ ਕੇ ਭੁੱਖੇ ਲਈ ਰੋਟੀ, ਪਿਆਸੇ ਲਈ ਪਾਣੀ, ਨੰਗੇ ਲਈ ਕੱਪੜਾ, ਫੱਟੜ ਲਈ ਮਰਮ ਅਤੇ ਜਗਿਆਸੂ ਲਈ ਨਾਮ ਦੇਣ ਵਾਲਾ ਵੈਦ ਹੋ ਖੜਾਉਂਦਾ ਹੈ। ਗੁਰੂ ਦੇ ਸਿੱਖ ਨੇ ਆਪਣੇ ਆਪ ਤਾਂ ਗੁਰੂ ਦੇ ਭੇਟ ਕਰ ਦਿੱਤਾ ਹੈ, ਉਹ ਤਾਂ ਗੁਰੂ ਦਾ ਹੋ ਗਿਆ ਹੈ। ਹੁਣ ਉਹਦਾ ਆਪਣਾ ਆਪ ਤਾਂ ਰਿਹਾ ਹੀ ਨਹੀਂ ਜੋ ਆਪਣੇ ਲਈ ਕੁਛ ਕਰੇ। ਉਹ ਖਾਂਦਾ ਹੈ, ਦੂਜਿਆਂ ਲਈ ਪਹਿਨਦਾ ਹੈ, ਦੂਜਿਆਂ ਲਈ ਤੁਰਦਾ ਹੈ, ਦੂਜਿਆਂ ਲਈ ਉਹ ਸੜਦਾ ਹੈ, ਬੇਗਾਨੀ ਅੱਗ ਉੱਤੇ ਮਰਦਾ ਹੈ, ਦੂਜਿਆਂ ਨੂੰ ਜਗਾਉਣ ਲਈ ਅਤੇ ਜਿਉਂਦਾ ਹੈ ਵਾਹਿਗੁਰੂ ਵੱਲੋਂ ਸੁੱਤਿਆਂ ਅਤੇ ਡਿੱਗਿਆਂ ਨੂੰ ਉਠਾਉਣ ਲਈ। ਗੁਰੂ ਦੇ ਪੂਰਨ ਸਿੱਖ ਦਾ ਸਰੀਰ ਜਿੱਥੇ ਸੰਸਾਰ ਦੇ ਉਪਕਾਰ ਵਿੱਚ ਲੱਗਾ ਹੋਇਆ, ਉੱਥੇ ਉਹ ਮਨ ਤੋਂ ਵਾਹਿਗੁਰੂ ਨਾਲ ਅਹਿਲ ਜੁੜਿਆ ਹੋਇਆ ਹੈ ਅਤੇ ਪ੍ਰੀਤ ਤਾਰ ਵਿੱਚ ਪਰੋਤਾ ਹੋਇਆ ਦਮ ਬੈ ਦਮ ਉਸਦੀ ਯਾਦ ਵਿੱਚ ਹੈ। ਅਤੇ ਉਹਦਾ ਸੰਸਾਰ ਦੀ ਆਤਮ ਸੰਦੇਸ਼ ਇਹ ਹੈ ਕਿ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਬਲ ਭੌਂਗਮ ਸਾਧੈ, ਪੰਚ ਜਨਾ ਸਿਓ ਸੰਗ ਨ ਛੁਟਕਿਐ, ਅਦਬ ਉਬਿਦ ਬਾਧੈ। ਪਿਆਰੇ ਇਨ ਬਿਦ ਮਿਲਨ ਨ ਜਾਈ, ਮੈਂ ਕੀਏ ਕਰਮ ਅਨੇਕਾਂ। ਹਾਰ ਭਰਿਓ ਸੁਆਮੀ ਕੈ ਦੁਆਰੇ, ਦੀਜੇ ਬੁੱਧ ਵਿਵੇਕਾ ਰਹਾਓ। ਮੋਨ ਭਇਓ ਕਰਪਾਤੀ ਰਿਓ, ਨਗਨ ਫਿਰਿਓ ਬਨ ਮਾਹੀ। ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿਧਾ ਛੁਟਕੈ ਨਾਹੀ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਾਬਤ ਧਰਾਏ। ਮਨ ਕੀ ਮੈਲ ਨ ਉਤਰੇ ਬਿਦ, ਜੇ ਲਖਨ ਯਤਨ ਕਰਾਏ। ਕਨਿਕ ਕਾਮਨੀ ਹੈਬਰ ਗੈਬਰ, ਬਹੁ ਬਿਦ ਦਾਨ ਦਾਤਾਰਾ। ਅੰਨ ਬਸਤਰ ਭ੍ਰੂਮੀ ਵਹਿ ਅਰਪੇ, ਨਹਿ ਮਿਲੇ ਹਰ ਦੁਆਰਾ। ਪੂਜਾ ਅਰਚਾ ਬੰਧਨ ਡੰਡੋਤ, ਖਟ ਕਰਮਾ ਰਤ ਰਹਿਤਾ। ਹੋ ਕਰਤ ਬੰਧਨ ਮੈਂ ਪਰਿਆ, ਨਹਿ ਮਿਲੀਐ ਇਹ ਜੁਗਤਾ। ਜੋਗ ਸਿੱਧ ਆਸਨ 84, ਹੇ ਪੀ ਕਰ ਰਿਹਾ। ਵੱਡੀ ਆਰਜਾ ਫਿਰ ਜਨਮੈ, ਹਰ ਸਿਓ ਰੰਗ ਸੰਗ ਨ ਗਿਆ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਓ ਹੁਕਮ ਅਫਾਰਾ। ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਕਹਿ ਨਾਨਕ ਤਿਸ ਭਇਓ ਪ੍ਰਾਪਤ, ਤਿਸ ਪੂਰਬ ਲਿਖਾ ਲਹਿਣਾ। ਤੇਰੋ ਸੇਵਕ ਏ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ। ਹਰ ਹਰ ਕੀਰਤਨ ਇਹ ਮਨ ਰਾਤਾ, ਰਹਾਓ ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।